ਦਾਦੂਵਾਲ ਜੀ ਦੀ ਕਾਲ ਆ ਗਈ, ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਜੀ। ਦਾਦੂਵਾਲ ਜੀ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਦੂਵਾਲ ਜੀ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਲੀਅਰ ਕਰ ਦਿੰਦਾ ਕਿ ਲਾਈਵ ਸ਼ੋਅ ਸ਼ੁਰੂ ਹੋ ਚੁੱਕਾ, ਸਾਡਾ ਚੱਲਦਾ ਪਿਆ ਜੀ। ਮੇਰਾ ਦੱਸਣਾ ਤੁਹਾਨੂੰ ਫਰਜ਼ ਬਣਦਾ, ਇੱਕ ਦੋ ਸਵਾਲ ਤੁਹਾਨੂੰ ਪੁੱਛਣੇ ਸੀਗੇ, ਪੁੱਛ ਸਕਦੇ ਆ ਜੀ? ਨੋ ਪ੍ਰੋਬਲਮ ਜੀ, ਨੋ ਪ੍ਰੋਬਲਮ। ਵੈਸੇ ਮੇਰਾ ਨਾ ਅੱਜ ਮੈਂ ਸਾਰਾ ਦਿਨ ਸੰਗਤਾਂ ਨੂੰ ਮਿਲਦਾ ਰਿਹਾ, ਸਿਰ ਦਰਦ ਕਰ ਰਿਹਾ, ਪਰ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦਊਂਗਾ ਜੀ ਜ਼ਰੂਰ। ਦਾਦੂਵਾਲ ਜੀ, ਸਭ ਤੋਂ ਪਹਿਲਾ ਸਵਾਲ ਤੇ ਇਹੀ ਹੈਗਾ ਜੀ ਭਈ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੂੰ ਤੁਸੀਂ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਸੀਗਾ। ਹੁਣ ਤੁਸੀਂ ਦੇਖਿਆ 2 ਦਿਨ ਪਹਿਲਾਂ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਅਰਵਿੰਦ ਕੇਜਰੀਵਾਲ ਜਿਹਦੇ ਪ੍ਰਧਾਨ ਸੁਪਰੀਮੋ ਹੈਗੇ ਨੇ, ਔਰ ਅਰਵਿੰਦ ਕੇਜਰੀਵਾਲ ਲక్ష్ਮੀ ਕਾਂਤਾ ਚਾਵਲਾ ਦੇ ਪੈਰੀਂ ਹੱਥ ਲਾ ਕੇ ਗਿਆ। ਲక్ష్ਮੀ ਕਾਂਤਾ ਚਾਵਲਾ ਕੌਣ ਹੈ? ਮੇਰੇ ਤੋਂ ਬਿਹਤਰ ਮੈਨੂੰ ਲੱਗਦਾ ਤੁਸੀਂ ਜਾਣਦੇ ਹੋ। ਹੁਣ ਤੁਸੀਂ ਮੈਨੂੰ ਇਹ ਦੱਸੋ, ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਦੱਸੋ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹਨਾਂ ਨੂੰ ਤੁਸੀਂ ਮੈਡਲ ਨਾਲ ਸਨਮਾਨਿਤ ਕੀਤਾ ਸੀਗਾ, ਹੁਣ ਕੀ ਕਹਿਣਾ ਚਾਹੁੰਦੇ ਹੋ? ਹੁਣ ਸੱਜਣ ਜੀ, ਜਿਹੜਾ ਕੰਮ ਉਸਨੇ ਬੰਦੇ ਨੇ ਕੀਤਾ ਸੀ ਨਾ, ਅਸੀਂ ਉਹਦੇ ਉਸ ਕੰਮ ਵਾਸਤੇ ਉਹਦਾ ਸਨਮਾਨ ਕੀਤਾ ਸੀਗਾ ਜੀ। ਕਿ ਉਸ ਬੰਦੇ ਨੇ ਜਦੋਂ ਕਿ SIT ਬਣਾਈ ਗਈ, ਜਿਹਦੇ ਹੈੱਡ ਹੋਰ ਸੀਗੇ, ਉਸ ਟੀਮ ਦਾ ਹਿੱਸਾ ਸੀ, ਨਾ ਕਿ ਉਹ ਹੈੱਡ ਸੀ ਜੀ। ਵੱਡੇ ਅਫਸਰ ਬੈਕ ਹੋ ਗਏ ਡਰਦੇ, ਕਿਉਂਕਿ ਅੱਗੇ ਬਾਦਲਾਂ ਦੀ ਜਾਂਚ ਕਰਨੀ ਸੀ, ਸਮੇਤ ਸੈਣੀ ਦੀ ਜਾਂਚ ਕਰਨੀ ਸੀ ਜੀ। ਉਹ ਸਾਰੇ ਪਿਛਾਂ ਹਟ ਗਏ। ਇਸ ਇਕੱਲੇ ਨੇ ਤਹਈਆ ਕਰਕੇ ਜਿਹੜਾ ਸੀ ਉਸ ਜਾਂਚ ਨੂੰ ਅੱਗੇ ਵਧਾਇਆ ਜੀ। ਇਹ ਜਾਂਚ ਕਰਦਾ ਰਿਹਾ, 9 ਚਲਾਨ ਪੇਸ਼ ਕੀਤੇ, 10ਵਾਂ ਪੇਸ਼ ਕਰਨਾ। ਤੇ ਜਿੰਨਾ ਚਿਰ ਉਹ ਜਾਂਚ ਕਰਦਾ ਰਿਹਾ, ਜਿਨ੍ਹਾਂ ਦੇ ਸ਼ਹੀਦ ਹੋਏ ਸੀ 2 ਪਰਿਵਾਰ ਵੀ ਤਸੱਲੀ 'ਚ ਸੀ, ਜਿਹੜੇ ਜ਼ਖਮੀ ਹੋਏ ਉਹ ਵੀ ਤਸੱਲੀ 'ਚ ਸੀ, ਪੰਥਕ ਜਥੇਬੰਦੀਆਂ ਵੀ ਤਸੱਲੀ ਸੀ। ਜੇ ਰੌਲਾ ਪਾਉਂਦੇ ਸੀ ਤੇ ਇੱਕੋ ਬਾਦਲ ਪਰਿਵਾਰ, ਬਾਦਲ ਦਲ ਰੌਲਾ ਪਾਉਂਦਾ ਸੀ ਵੀ ਇਹਨੂੰ ਪਾਸੇ ਕਰੋ, ਪਾਸੇ ਕਰੋ, ਪਾਸੇ ਕਰੋ, ਇਹ ਸਾਨੂੰ ਪ੍ਰਵਾਨ ਨਹੀਂ ਆ ਜੀ। ਪਰ ਇਸ ਹੁਣ ਤੇ ਕਾਰਨ ਜਿਹੜੀ ਉਹਨੇ ਜਾਂਚ ਕੀਤੀ, ਉਹਨੂੰ ਵੀ ਸਾਰੇ ਐਪਰੀਸ਼ੀਏਟ ਕਰਦੇ ਸੀਗੇ ਵੀ ਜਿਸ ਤਰੀਕੇ ਨਾਲ ਉਹ ਜਾਂਚ ਕਰ ਰਿਹਾ ਸੀਗਾ। ਬਾਕੀ ਜਦੋਂ ਨਿਆਂਪਾਲਕਾ ਜਾਂ ਸਰਕਾਰਾਂ 'ਚ ਰਲ ਜਾਂਦੇ ਆ ਤੇ ਬਹੁਤ ਕੁਝ ਐਸਾ ਹੋ ਜਾਂਦਾ ਜਿਹਦੀ ਅਸੀਂ ਕਿਆਸ ਰਾਈਆਂ ਵੀ ਨਹੀਂ ਲਾ ਸਕਦੇ। ਅਸੀਂ ਉਹਦੇ ਕੰਮ ਨੂੰ ਕਿ ਉਹਨੇ ਤਹਈਆ ਕੀਤਾ ਤੇ ਬਾਅਦ 'ਚ ਜਦੋਂ ਉਹਨੂੰ ਉਹਦੇ ਮਹਿਕਮੇ ਨੇ, ਸਰਕਾਰ ਨੇ, ਨਿਆਂਪਾਲਕਾ ਨੇ ਵੀ ਅਪਮਾਨਿਤ ਕੀਤਾ, ਤੇ ਅਸੀਂ ਇਸ ਕਰਕੇ ਕਿ ਕੱਲ ਨੂੰ ਸਾਡੇ ਕਿਸੇ ਵੀ ਸਿੱਖਾਂ ਨਾਲ ਸੰਬੰਧਿਤ ਜਾਂ ਗੁਰੂ ਨਾਲ ਸੰਬੰਧਿਤ ਕੇਸ ਨੂੰ ਕਿਸੇ ਪੁਲਿਸ ਅਫਸਰ ਨੇ ਹੱਥ ਨਹੀਂ ਪਾਉਣਾ, ਕਿ ਸਾਰੇ ਹੀ ਜਿਹੜੇ ਆ ਉਹ ਸੋਚਣਗੇ ਵੀ ਯਾਰ ਜਿਹੜਾ ਸਿੱਖਾਂ ਵਾਲੇ ਕੇਸ ਨੂੰ ਹੱਥ ਪਾਉਂਦਾ ਉਹਦਾ ਆਹ ਅਸਰ ਹੁੰਦਾ। ਉਹਨੇ ਰੋਸ ਵਜੋਂ ਅਸਤੀਫਾ ਦੇ ਦਿੱਤਾ ਸੀਗਾ। ਇਸ ਕਾਰਨ ਕਰਕੇ ਉਹਦਾ ਸਨਮਾਨ ਕੀਤਾ। ਤੁਸੀਂ ਹੈਰਾਨ ਹੋਵੋਗੇ, ਜਿਹੜੀ ਉਹਦੇ ਥਾਂ ਤੇ ਸਿੱਟ ਬਣੀ ਆ ਨਾ, ਉਹ ਧੱਕੇ ਨਾਲ ਸਰਕਾਰ ਨੇ ਬਣਾਈ ਆ, ਕੋਈ ਬਣਦਾ ਨਹੀਂ ਸੀਗਾ ਕਿ ਅਸੀਂ ਨਹੀਂ ਸਿੱਟ ਦਾ ਹਿੱਸਾ ਬਣਨਾ, ਅਸੀਂ ਨਹੀਂ ਸਿੱਟ 'ਚ ਜਾਣਾ। ਧੱਕੇ ਨਾਲ ਸਰਕਾਰ ਨੇ ਬਿਨਾਂ ਅਫਸਰਾਂ ਦੇ ਪੁੱਛੇ ਤੇ ਉਹ ਜਿਹੜੀ ਸਿੱਟ ਬਣਾਈ, ਜੋ ਅੰਦਰ ਦੀ ਰਿਪੋਰਟ ਆਈ ਆ। ਤੇ ਇਸ ਕਾਰਨ ਕਰਕੇ ਅਸੀਂ ਉਹਦਾ ਸਨਮਾਨ ਕੀਤਾ ਜੋ ਉਹਨੇ ਕੀਤਾ। ਬਾਅਦ ਵਿੱਚ ਮੈਂ ਉਸੇ ਦਿਨ ਹੀ ਐਲਾਨ ਕੀਤਾ ਸੀਗਾ, ਮੈਨੂੰ ਪੱਤਰਕਾਰਾਂ ਨੇ ਕਿਹਾ ਵੀ ਉਹ ਸਿਆਸਤ 'ਚ ਜਾਣਾ ਚਾਹੁੰਦਾ ਜੀ, ਤਾਂ ਮੈਂ ਕਿਹਾ ਸੀ ਸਿਆਸਤ 'ਚ ਜਾਣਾ ਹਰੇਕ ਦਾ ਹੱਕ ਆ ਜੀ। ਤੇ ਉਹ ਭਾਵੇਂ ਸਾਡੀ ਵੱਲੋਂ ਬਾਦਲ ਦਲ 'ਚ ਜਾਵੇ, ਚਾਹੇ ਕਾਂਗਰਸ 'ਚ ਜਾਵੇ, ਚਾਹੇ ਆਮ ਪਾਰਟੀ ਜਾਵੇ, ਚਾਹੇ BJP 'ਚ ਜਾਵੇ, ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ। ਉਹਦਾ ਆਪਣਾ ਹੱਕ ਆ, ਉਹ ਚੰਗਾ ਮਾੜਾ ਉਹਨੇ ਆਪਣਾ ਸੋਚਣਾ ਵੀ ਉਹਨੇ ਕੀ ਕਰਨਾ ਸੀ। ਤਾਂ ਜੋ ਕੀਤਾ ਉਹਨੇ, ਜੀ, ਉਹਦਾ ਸਨਮਾਨ ਕੀਤਾ। ਤੇ ਮੈਂ ਉਸੇ ਦਿਨ ਕਿਹਾ ਸੀ ਵੀ ਅਸੀਂ ਉਹਦੇ ਗਲ 'ਚ ਮੈਡਲ ਪਾਇਆ, ਨਾ ਕਿ ਫਾਹਾ ਪਾਇਆ। ਅਸੀਂ ਰੱਸਾ ਨਹੀਂ ਪਾਇਆ ਵੀ ਸਾਡੇ ਮਗਰ ਲੱਗ ਜੋ ਅਸੀਂ ਕਹਿੰਦੇ ਆ। ਜੋ ਉਹਨੇ ਕੀਤਾ ਸੀ ਅਸੀਂ ਉਹਨੂੰ ਐਪਰੀਸ਼ੀਏਟ ਕੀਤਾ। ਅੱਜ ਉਹਨੇ ਜੋ ਉਹਨੂੰ ਪਲੇਟਫਾਰਮ ਉਹਨੇ ਸੋਚਿਆ ਕਿ ਜੇ ਮੈਂ ਇਨਸਾਫ ਦੀ ਲੜਾਈ ਪੁਲਿਸ 'ਚ ਰਹਿ ਕੇ ਨਹੀਂ ਲੜ ਸਕਿਆ, ਮੈਂ ਸਿਆਸਤ ਵਿੱਚ ਆ ਕੇ ਉਸ ਨੂੰ ਲੜਾਂ। ਤੇ ਉਹਨੇ ਸੋਚਿਆ ਵੀ ਬਾਦਲ ਦਲ 'ਚ ਵੀ ਮੈਂ ਜਾ ਕੇ ਨਹੀਂ ਲੜ ਸਕਦਾ, ਕਾਂਗਰਸ 'ਚ ਨਹੀਂ ਲੜ ਸਕਦਾ, ਤੇ ਪੰਜਾਬ ਦੇ ਵਿੱਚ ਆਮ ਪਾਰਟੀ 'ਚ ਮੈਂ ਆ ਜਾਵਾਂ ਤਾਂ ਸ਼ਾਇਦ ਮੈਂ ਲੜ ਸਕਦਾ, ਜਾਂ ਉਹ ਕਿਸੇ ਹੋਰ ਪੰਥਕ ਜਥੇਬੰਦੀ 'ਚ ਆ ਜਾਂਦਾ। ਇਹ ਉਹਦੀ ਸੋਚ ਸੀਗੀ। ਪਰ ਤੁਹਾਨੂੰ ਲੱਗਦਾ ਨਹੀਂ ਫੈਸਲਾ ਲਿਆ ਤੁਸੀਂ ਇਸ ਗੱਲ ਨੂੰ ਇਦਾਂ ਨਹੀਂ ਸੋਚਦੇ ਹੈਗੇ ਕਿ ਕਿੰਨਾ ਪ੍ਰੀ ਪਲਾਨਡ ਸਾਰਾ ਕੰਮ ਹੋਇਆ? ਕਿਉਂਕਿ ਉਹ ਖੁਦ ਵਕੀਲ ਵੀ ਨੇ ਉਹ, ਔਰ ਜਿਹੜੀਆਂ ਉਸ ਜਾਂਚ ਜਿਹੜੀ ਕੀਤੀ ਹੈਗੀ ਆ ਉਹਦੇ ਵਿੱਚ ਊਣਤਾਈਆਂ ਛੱਡੀਆਂ ਗਈਆਂ, ਜਾਣ ਬੁੱਝ ਕੇ ਊਣਤਾਈਆਂ ਛੱਡੀਆਂ ਗਈਆਂ। ਇਹ ਤੁਸੀਂ ਇਦਾਂ ਨਹੀਂ ਦੇਖਦੇ ਹੈਗੇ ਕਿ ਜਾਣ ਬੁੱਝ ਕੇ ਊਣਤਾਈਆਂ ਛੱਡੀਆਂ ਗਈਆਂ ਔਰ ਹਾਈ ਕੋਰਟ ਉਹਨੂੰ ਰੱਦ ਕਰ ਦਊਗੀ, ਔਰ ਉਸ ਤੋਂ ਬਾਅਦ ਖਾਲਸਾ ਪੰਥ ਦੇ ਵਿੱਚ ਮੈਨੂੰ ਇੱਕ ਬੜੀ ਵਧੀਆ ਥਾਂ ਮਿਲੂਗੀ, ਮੈਨੂੰ ਸਪੇਸ ਮਿਲ ਜਾਊਗੀ, ਔਰ ਉਸ ਤੋਂ ਬਾਅਦ ਤੁਸੀਂ ਦਾਦੂਵਾਲ ਜੀ ਇਦਾਂ ਨਹੀਂ ਜੀ, ਭਰੋਸਾ ਨਹੀਂ ਕਰਦਾ ਸੱਜਣ ਜੀ। ਦਾਦੂਵਾਲ ਜੀ ਇਦਾਂ ਨਹੀਂ ਲੱਗਦਾ ਹੈਗਾ ਤੁਸੀਂ ਵਰਤੇ ਗਏ? ਕਹਿੰਦੇ ਬਹੁਤ ਕੁਝ ਬੋਲਿਆ ਜਾਂਦਾ। ਹੁਣ ਤੁਸੀਂ ਹੈਰਾਨ ਹੋਵੋਗੇ,
ਜੀ ਕਿ ਜਦੋਂ ਅਸਤੀਫਾ ਦੇਣ ਗਿਆ ਤੇ ਕੈਪਟਨ ਨੇ ਉਹਨੂੰ ਮਨਾਉਣ ਦੇ ਯਤਨ ਕੀਤੇ ਵੀ ਨਹੀਂ ਅਸਤੀਫਾ ਨਹੀਂ, ਉਹਨੇ ਅਖਬਾਰਾਂ 'ਚ ਵੀ ਕਿਹਾ ਕੈਪਟਨ ਨੇ ਕਿ ਸਾਡਾ ਜਿਹੜਾ ਆਈਜੀ ਉਹਦੀ ਜਾਂਚ ਬਿਲਕੁਲ ਸਹੀ ਆ, ਅਸੀਂ ਸੁਪਰੀਮ ਕੋਰਟ ਜਾਵਾਂਗੇ। ਜੀ ਪਰ ਹੁਣ ਉਹੀ ਕਾਂਗਰਸ, ਉਹ ਜੇ ਕਾਂਗਰਸ 'ਚ ਰਲ ਜਾਂਦਾ ਤੇ ਸਾਰਾ ਕੁਝ ਠੀਕ ਸੀਗਾ, ਉਹ ਕਾਂਗਰਸ 'ਚ ਨਹੀਂ ਰਲਿਆ, ਉਹ ਆਮ ਪਾਰਟੀ 'ਚ ਰਲ ਗਿਆ ਤੇ ਹੁਣ ਕਾਂਗਰਸੀਆਂ ਨੇ ਵੀ ਤੋਪਾਂ ਚੱਕੀਆਂ ਹੋਈਆਂ ਨੇ, ਬਾਦਲਾਂ ਵੀ ਤੋਪਾਂ ਚੱਕੀਆਂ ਹੋਈਆਂ ਨੇ ਉਹਦੇ ਖਿਲਾਫ। ਇਹ ਸਾਰਾ ਕੁਝ ਹੁੰਦਾ ਕੋਈ ਪਲਾਨਿੰਗ ਪਲੂਨਿੰਗ, ਮੈਨੂੰ ਤਾਂ ਇਹਦੇ 'ਚ ਕੁਝ ਲੱਗਦਾ ਨਹੀਂ ਹੈ ਕਿ ਕੋਈ ਪ੍ਰੀ ਪਲਾਨ ਸੀ। ਉਹਨੇ ਜੋ ਕੁਝ ਸੀਗਾ ਉਹਨੇ ਕਰਕੇ ਸਾਹਮਣੇ ਕਰ ਦਿੱਤਾ ਵੀ ਆਹ ਕੁਛ ਆ, ਆਹ ਮੇਰੇ ਸਾਹਮਣੇ ਆਇਆ। ਉਹਦੀਆਂ ਮੇਰੇ ਕੋਲੇ ਉਹਦਾ ਦਿੱਤਾ ਹੋਇਆ ਜਿਹੜਾ ਚਲਾਨ ਆ ਇੱਕ, ਉਹਦੇ 'ਚ ਉਹਨੇ ਬਾਦਲ ਦਾ, ਸੈਣੀ ਦਾ ਤੇ ਸੁਖਬੀਰ ਦਾ ਵੀ ਨਾਂ ਲਿਖਿਆ ਵੀ ਇਹਦੇ ਬਾਰੇ 10ਵੇਂ ਚਲਾਨ ਵਿੱਚ ਜਿਹੜਾ ਵਾ ਉਹ ਪੇਸ਼ ਕੀਤਾ ਜਾਊਗਾ, ਇਹਨਾਂ ਦੀ ਭੂਮਿਕਾ ਕੀ ਸੀਗੀ ਜੀ। ਉਹ ਮੇਰੇ ਕੋਲੇ ਚਲਾਨ ਦੀ ਕਾਪੀ ਹੈਗੀ ਆ, ਜਿਹੜਾ ਉਹ ਚਲਾਨ ਉਹਨਾਂ ਨੇ ਪਹਿਲਾਂ ਪੇਸ਼ ਕੀਤਾ ਸੀਗਾ। ਸੋ ਕਹਿਣ ਤੋਂ ਭਾਵ ਆ ਵੀ ਇਹੋ ਜਿਹੀਆਂ ਗੱਲਾਂ ਅੱਜ ਉਹ ਆਮ ਪਾਰਟੀ ਚਲੇ ਗਿਆ। ਹੁਣ ਜਿੰਨੀਆਂ ਵਿਰੋਧੀ ਪਾਰਟੀਆਂ ਨੇ, ਮੈਂ ਕਿਸੇ ਪਾਰਟੀ ਨਾਲ ਸਹਿਮਤ ਹੋਵਾਂ ਨਾ ਹੋਵਾਂ ਗੱਲ ਵੱਖਰੀ ਆ, ਪਰ ਅੱਜ ਉਹ ਦੂਜੀਆਂ ਸਾਰੀਆਂ ਪਾਰਟੀਆਂ ਨੇ ਤੋਪਾਂ ਚੱਕੀਆਂ ਹੋਈਆਂ ਨੇ ਕਿ ਅੱਜ ਉਹ ਕੁੰਵਰ ਵਿਜੇ ਪ੍ਰਤਾਪ ਨੇ ਆਹ ਕਰਤਾ ਜੀ, ਉਹ ਕਰਤਾ। ਮੈਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਰੱਖਦਾ ਦਾਦੂਵਾਲ ਜੀ। ਪਰ ਇੱਕ ਸਵਾਲ ਜ਼ਰੂਰ ਹੈਗਾ, ਜੇ ਉਹ ਕਿਸੇ ਵੀ ਪਾਰਟੀ ਵਿੱਚ ਚਲੇ ਜਾਂਦਾ, ਬਾਕੀ ਪਾਰਟੀਆਂ ਦੇ ਤੇ ਗੱਲ ਨਹੀਂ ਕਰਦੇ, ਇੱਕ ਪੱਤਰਕਾਰ ਹੋਣ ਦੇ ਨਾਤੇ ਤਾਂ ਸਵਾਲ ਬਣਦਾ ਹੈਗਾ, ਉਹ ਚਾਹੇ ਕਿਸੇ ਵੀ ਪਾਰਟੀ ਵਿੱਚ ਚਲਿਆ ਜਾਂਦਾ, ਪਰ ਇੱਕ ਸਵਾਲ ਤਾਂ ਫਿਰ ਵੀ ਹੈਗਾ, ਤੁਹਾਨੂੰ ਕਦੀ ਕਦੀ ਐਵੇਂ ਨਹੀਂ ਲੱਗਦਾ ਹੈਗਾ, ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਕਮੈਂਟ ਵੀ ਕਰਦੇ ਹੈਗੇ ਨੇ ਔਰ ਤੁਹਾਡੇ ਉੱਪਰ ਦਾਦੂਵਾਲ ਜੀ ਉਂਗਲਾਂ ਵੀ ਚੁੱਕ ਰਹੇ ਨੇ, ਤੁਹਾਨੂੰ ਕਦੀ ਕਦੀ ਇਹ ਨਹੀਂ ਲੱਗਦਾ ਹੈਗਾ ਕਿ ਜਾਣੇ ਜਾਂ ਅਣਜਾਣੇ ਤੁਸੀਂ ਵਰਤੇ ਗਏ, ਤੁਸੀਂ ਉਹਨੂੰ ਖਾਲਸਾ ਪੰਥ ਦੇ ਵਿੱਚ ਖੜੇ ਕਰਨ ਦੀ ਇੱਕ ਸਪੇਸ ਦਿੱਤੀ ਉਹਦੇ ਗਲ ਦੇ ਵਿੱਚ ਮੈਡਲ ਪਾ ਕੇ? ਉਹ ਨਹੀਂ ਆਪਣਾ ਸੱਜਣ ਜੀ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਂਗਲੀਆਂ ਕੌਣ ਖੜੀਆਂ ਕਰਦਾ? ਜਿਹੜਾ ਆਈਟੀ ਸੈੱਲ ਆ ਬਾਦਲਾਂ ਦਾ, ਕਰੋੜਾਂ ਰੁਪਈਆ ਲਾਇਆ, ਆਈਟੀ ਸੈੱਲ ਆ ਬੀਬੀ ਜਗੀਰ ਕੌਰ ਦਾ, ਆਈਟੀ ਸੈੱਲ ਆ ਕਾਂਗਰਸ ਦਾ, ਇਹ ਸਾਰੇ ਆਈਟੀ ਸੈੱਲ ਇਹਨਾਂ ਦੇ ਜਿਹੜੇ ਲੱਗੇ ਹੋਏ ਇਹੋ ਜਿਹੀ ਉਂਗਲਾਂ ਖੜੀਆਂ ਕਰਦੇ। ਮੈਨੂੰ ਪਤਾ, ਮੈਂ ਗੁਰੂ ਨੂੰ ਜਾਣ ਦੇਣੀ ਆ, ਪਰਮਾਤਮਾ ਨੂੰ ਜਾਣ ਦੇਣੀ ਆ, ਨਾ ਮੈਂ ਕਦੇ ਕਿਸੇ ਤੋਂ ਏਦਾਂ ਵਰਤਿਆ ਜਾਣਾ ਨਾ ਕੋਈ ਹੋਰ ਆ। ਬਰਗਾੜੀ ਇਨਸਾਫ ਮੋਰਚੇ 6.5 ਮਹੀਨੇ ਮੋਰਚੇ ਨੂੰ ਸਿਰੇ ਲਾਉਣ ਦੀ ਦਿਨ ਰਾਤ ਮਿਹਨਤ ਕੀਤੀ। ਖੀਰ ਜਥੇਦਾਰ ਮੰਡ ਕੈਪਟਨ ਨਾਲ ਗੱਲ ਕਰਕੇ ਮੋਰਚਾ ਫਤਿਹਗਾ। ਅੱਜ ਕੋਈ ਸਾਨੂੰ ਕਹੇ ਵੀ ਤੁਸੀਂ ਉੱਥੇ ਵਰਤੇ ਗਏ ਜੀ, ਅਸੀਂ ਤਾਂ ਗੁਰੂ ਦੀ ਲੜਾਈ ਲੜੀ, ਗੁਰੂ ਦੀ ਲੜਾਈ ਵਾਸਤੇ ਅਸੀਂ ਦਿਨ ਰਾਤ ਇੱਕ ਕੀਤਾ, ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਨ ਲਈ। ਸਾਡੇ ਮੋਰਚਾ ਡਿਕਟੇਟਰ ਨੇ ਜੇ ਫੈਸਲਾ ਲੈ ਲਿਆ ਉਹਦੀ ਮਰਜ਼ੀ ਆ, ਅਸੀਂ ਫੇਰ ਪੰਥ ਦੇ ਪਿੜ 'ਚ ਮੈਦਾਨ 'ਚ ਅਸੀਂ ਹਰ ਲੜਾਈ ਨੂੰ ਪੰਥ ਨੂੰ ਜੋ ਵੀ ਮੁਸ਼ਕਲਾਂ ਨੇ ਉਹਦੇ ਲਈ ਲੜਾਂਗੇ, ਲੜਦੇ ਰਹੇ ਆ। ਸਾਨੂੰ ਨਾ ਇਹਨਾਂ ਉਂਗਲਾਂ ਦਾ ਫਿਕਰ ਆ, ਨਾ ਸਾਨੂੰ ਜਿਹੜਾ ਹੈਗਾ ਆਈਟੀ ਸੈੱਲਾਂ ਦਾ ਫਿਕਰ ਆ। ਅਸੀਂ ਗੁਰੂ ਦੇ ਆ, ਪੰਥ ਦੇ ਆ ਤੇ ਲੜਾਈ ਲੜੀ ਆ ਤੇ ਲੜਨੀ ਆ। ਗੁਰੂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਲੜਦੇ ਆ। ਅਸੀਂ ਇਹੋ ਜਿਹੀਆਂ ਗੱਲਾਂ ਦੀ ਸੱਜਣ ਜੀ ਪਰਵਾਹ ਨਹੀਂ ਕਰਦੇ ਜੀ। ਦਾਦੂਵਾਲ ਜੀ, ਅਖੀਰਲਾ ਸਵਾਲ, ਜੇ ਤੁਸੀਂ ਚਲੋ ਪਰਵਾਹ ਨਹੀਂ ਕਰਦੇ ਹੈਗੇ, ਮੈਂ ਕਹਿੰਦਾ ਚਲੋ ਪੱਤਰਕਾਰਾਂ ਦੇ ਸਵਾਲਾਂ ਦੀ ਵੀ ਪਰਵਾਹ ਨਾ ਕਰੋ, ਚਲੋ ਉਹ ਵੀ ਕੋਈ ਏਡੀ ਗੱਲ ਨਹੀਂ ਹੈਗੀ। ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ, ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਪਾਰਟੀ ਕੇਜਰੀਵਾਲ ਜਿਹੜਾ ਲక్ష్ਮੀ ਕਾਂਤਾ ਚਾਵਲਾ ਦੇ ਪੈਰਾਂ ਵਿੱਚ ਹੱਥ ਲਾਉਂਦਾ, ਜਿਹੜਾ ਕਹਿ ਕੇ ਜਾਂਦਾ ਹੈਗਾ ਕਿ ਮੈਂ ਜਿਹੜਾ ਪੰਜਾਬ ਦਾ ਜਿਹੜਾ ਬਾਕੀ ਪਾਣੀ ਵੀ ਹੈਗਾ ਉਹ ਵੀ ਮੈਂ ਦਿੱਲੀ ਲੈ ਕੇ ਜਾਊਂਗਾ, ਜਾਂ ਹੋਰ ਬਹੁਤ ਜ਼ਿਆਦਾ ਗੱਲਾਂ ਹੈਗੀਆਂ ਨੇ, ਪਰ ਆਪਾਂ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਸਾਰੀਆਂ ਗੱਲਾਂ ਨੂੰ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਅਖੀਰਲਾ ਸਵਾਲ, ਭਈ ਆਪਣਾ ਹੀ ਘਰ ਪੰਜਾਬ ਦੀ ਇਸ ਧਰਤੀ ਦੇ ਉੱਪਰ ਖਾਲਸੇ ਦੇ ਆਪਣੇ ਪੈਰ ਕਿਉਂ ਨਹੀਂ ਲੱਗ ਰਹੇ? ਜੇ ਜਿਹੜੇ ਸਨਮਾਨ ਅੱਜ ਤੁਹਾਨੂੰ ਕਿਸੇ ਹੋਰ ਦੇ ਨਹੀਂ ਲੱਗ ਰਹੇ ਨਾ ਜੀ, ਆਹੀ ਗੱਲਾਂ ਦੇ ਸੱਜਣ ਜੀ ਨਹੀਂ ਲੱਗ ਰਹੇ ਨਾ। ਜਦੋਂ ਅਸੀਂ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਨਿੰਦੀ ਜਾਣਾ, ਉਹਦੀ ਕਰੀ ਜਾਣਗੇ। 9 ਪੂਰਬੀਏ 11 ਚੁੱਲ੍ਹੇ ਆ, ਅਸੀਂ ਕਿਸੇ ਨੂੰ ਕੰਮ ਕਰਨਾ। ਮੈਂ ਸੱਚ ਵਾਲੇ ਨਾਲ 20 ਸਾਲ ਲੜਿਆ, 20 ਸਾਲ ਮੁਕੱਦਮੇ ਚੱਲੇ, ਜ਼ਿਲ੍ਹਾ ਚੱਲਿਆ ਸਾਰਾ। ਇਹ ਤਾਂ ਇਹ ਵੀ ਕਹਿੰਦੇ ਨੇ ਇਹਦਾ ਸਰਸੇ ਵਾਲੇ ਨਾਲ ਰਲੇ ਹੋਏ ਸੀ, ਇਹਨਾਂ ਦਾ ਮਾਸੀ ਦੇ ਪੁੱਤ ਨੇ ਜੀ, ਇਹਦਾ ਸਾਡੇ ਭਰਾ ਨੇ ਜੀ। ਕੋਈ ਕਹਿੰਦਾ ਇਹਦਾ ਰਾਜਸਥਾਨੀ ਜੱਟ ਸਿੰਘ ਦੀ ਸਿੰਘ ਦੇ ਦਾਦੂਵਾਲ ਉਹ ਗੱਦੀ ਤੇ ਬਹਿ ਗਿਆ ਜੀ, ਉਹਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਕਿ ਤਾਂ ਲੜਦੇ ਆ। ਸਾਨੂੰ ਤਾਂ ਕਿਉਂ ਪੁੱਛੇ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਇਹਨਾਂ ਗੱਲਾਂ ਦਾ ਜਿਹੜਾ ਹੈਗਾ ਗੱਲਾਂ ਦੀ ਪਰਵਾਹ ਨਹੀਂ ਰਹੀ। ਗੱਲ ਪਾਰਟੀਆਂ ਦੀ, ਹੁਣ ਪਾਰਟੀ ਦੁੱਧ ਧੋਤੀ, ਮੈਨੂੰ ਤੁਸੀਂ ਦੱਸ ਦਿਓ ਜਿਹੜਾ ਇਹਨਾਂ ਦੇ ਅੱਜ ਪੰਥ ਦੀ ਪਾਰਟੀ ਅਸੀਂ ਬਣਾਈ, ਪੰਥ ਦੀ ਪਾਰਟੀ ਆ, ਉਹਨਾਂ ਨੇ ਜਾ ਕੇ ਜਿਨ੍ਹਾਂ ਨੇ ਕਾਬਗੰਜ ਸਾਹਿਬ ਸਾਹਮਣੇ ਸੰਵਿਧਾਨ। ਦਾਦੂਵਾਲ ਜੀ ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ ਹੈਗੀ। ਜਿਨ੍ਹਾਂ ਨੇ ਸੰਵਿਧਾਨ ਪਾੜਿਆ ਸੀਗਾ ਜਾ ਕੇ, ਜਿਹੜੇ ਕਹਿੰਦੇ ਜਿਨ੍ਹਾਂ ਨੇ ਫਖਰੇ ਕੌਮ ਤੇ ਪੰਥ ਰਤਨ ਲਏ ਆ, ਉਹ
ਉਹ ਜਾ ਕੇ ਇਹਨਾਂ ਦੇ ਪੈਰੀਂ ਹੱਥ ਲਾਉਂਦੇ ਆ, ਸਰਸੇ ਵਾਲੇ ਦੇ ਪੈਰੀਂ ਹੱਥ ਲਾਉਂਦੇ ਰਹੇ ਆ। ਹੋਰ ਮੈਂ ਹੁਣ ਨਾਂ ਨਹੀਂ ਲੈਣਾ ਸਾਡੇ ਪੰਥਕ ਆਗੂਆਂ ਦਾ, ਉਹ ਜਾ ਕੇ ਸਰਸੇ ਜਾ ਕੇ ਤੇ ਉਹਦੇ ਤੋਂ ਵੋਟਾਂ 1996 ਦੇ ਵਿੱਚ MP ਦੀਆਂ ਵੋਟਾਂ ਸ਼ਾਇਦ ਹੋਈਆਂ ਸੀ, ਉਦੋਂ ਬਾਅਦ ਜਾ ਕੇ ਡੇਰੇ ਸਰਸੇ ਵਾਲੇ ਦੇ ਅੱਗੇ ਖੜੇ ਸੀ ਧੰਨਵਾਦ ਕਰਨ ਵਾਸਤੇ ਉਹਦਾ। ਸੋ ਮੈਂ ਹੁਣ ਇਹ ਨਹੀਂ ਕਹਿਣਾ ਚਾਹੁੰਦਾ, ਮੈਨੂੰ ਦੱਸ ਦਿਓ ਦੁੱਧ ਧੋਤੀ ਪਾਰਟੀ ਕਿਹੜੀ ਆ, ਬੰਦਾ ਜਾਂਦਾ ਕਿੱਥੇ ਉਹਨਾਂ ਚੋਂ ਜਿਹੜੇ ਬੰਦੇ ਨੇ ਸਿਆਸਤ ਜਾਣਾ। ਅਸੀਂ ਤਾਂ ਸਿਆਸਤ 'ਚ ਜਾਣਾ ਨਹੀਂ, ਨਾ ਕਿਸੇ ਪਾਰਟੀ, ਅਸੀਂ ਤਾਂ ਹਰੇਕ ਜਿਹੜਾ ਕੋਈ ਪੰਥ ਦੀ ਗੱਲ ਕਰਦਾ, ਪੰਥ ਦੀ ਪਾਰਟੀ ਆ ਕੋਈ ਵੀ ਜਿਹੜੀ ਆਪਣੇ ਆਪ ਨੂੰ ਕਹਾਉਂਦੀ, ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ, ਅਸੀਂ ਉਹਦਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਠੀਕ ਆ ਭਾਈ, ਇਹ ਗੁਰਦੁਆਰੇ ਆਜ਼ਾਦ ਕਰਾਓ, ਮਹੰਤਾਂ ਤੋਂ ਇਹਨਾਂ ਤੋਂ ਤਖਤ ਆਜ਼ਾਦ ਕਰਾਓ, ਜਿਹੜੇ ਨਰੈਣੂ ਮਹੰਤ ਮੱਸੇ ਰੰਗੜ ਦੇ ਵਾਰਸ, ਪੰਜਾਬ ਆਜ਼ਾਦ ਕਰਾਓ ਇਹਨਾਂ ਤੋਂ ਜਿਨ੍ਹਾਂ ਨੇ ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ। ਅਸੀਂ ਤਾਂ ਇਧਰਲੇ ਪਾਸੇ ਲੱਗੇ ਆ। ਬਾਕੀ ਕੇਜਰੀਵਾਲ ਕੀ ਕਰ ਰਿਹਾ ਤੇ ਕੈਪਟਨ ਕੀ ਕਰ ਰਿਹਾ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਵਾ। ਪਰ ਦਾਦੂਵਾਲ ਜੀ ਜੇ ਕੋਈ ਚੰਗਾ ਕਰਦਾ ਤੇ ਅਸੀਂ ਉਹਨੂੰ ਹੁਣ ਤੁਸੀਂ ਦੇਖੋ ਚੰਗਾ ਕੀਤਾ, ਅਸੀਂ ਤੁਹਾਨੂੰ ਐਪਰੀਸ਼ੀਏਟ ਕੀਤਾ। ਜਦੋਂ ਨਿਹੰਗ ਸਿੰਘ ਵਾਲੀ ਜਿਹੜੀ ਖਬਰ ਸੀ ਚੱਲੀ ਸੀ ਪਟਿਆਲੇ ਵਾਲੀ, ਮੈਂ ਇੰਗਲੈਂਡ ਬੈਠਾ ਸੀਗਾ, ਮੈਂ ਤੁਹਾਡੇ ਨਾਲ ਕਦੇ ਗੱਲ ਨਹੀਂ ਕੀਤੀ, ਕਦੇ ਮਿਲਿਆ ਨਹੀਂ, ਪਰ ਜਦੋਂ ਤੁਹਾਡੇ ਤੇ ਵਿਪਤਾ ਆਈ, ਮੈਂ ਦੇਖੋ ਉੱਥੋਂ ਬੈਠੇ ਤੁਹਾਡੇ ਲਈ ਹਾਂ ਦਾ ਨਾਰਾ ਮਾਰਿਆ। ਅਸੀਂ ਤਾਂ ਹਰ ਇੱਕ ਚੰਗੇ ਸਿੱਖ ਨੂੰ ਜਾਂ ਚੰਗੇ ਬੰਦੇ ਨੂੰ, ਚਾਹੇ ਉਹ ਗੈਰ ਸਿੱਖ ਵੀ ਆ, ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਅਸੀਂ ਐਪਰੀਸ਼ੀਏਟ ਕਰਦੇ ਆ ਤੇ ਉਹਦਾ ਜਿੰਨਾ ਹੋ ਸਕੇ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦੇ ਆ। ਪਰ ਦਾਦੂਵਾਲ ਜੀ ਜਿੱਦਾਂ ਹੁਣ ਪੰਜਾਬੋਂ ਬਾਹਰੋਂ ਆ ਕੇ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੇ ਹੈਗੇ ਆ ਜਾਂ ਇਦਾਂ ਦੀਆਂ ਗੱਲਾਂ ਕਰਦੇ ਹੈਗੇ ਆ, ਇਹਦਾ ਤਕਲੀਫ ਨਹੀਂ ਹੁੰਦੀ ਹੈਗੀ ਕਿ ਸਾਡਾ ਆਪਣਾ ਘਰ ਹੋਵੇ? ਨਹੀਂ ਕਿਸੇ ਦੀ ਸਰਕਾਰ, ਤੁਸੀਂ ਸੱਜਣ ਜੀ ਤੁਸੀਂ ਵੀ ਇੱਥੇ, ਮੈਂ ਵੀ ਇੱਥੇ ਆ, ਬਾਹਰੋਂ ਆ ਕੇ ਕਿਸੇ ਦੀ ਇੱਥੇ ਸਰਕਾਰ ਸਰਕੂਰ ਨਹੀਂ ਬਣਨੀ, ਐਵੇਂ ਭੁਲੇਖੇ ਆ। ਇੱਥੋਂ ਵਾਲਿਆਂ ਦੀ ਬਣੂਗੀ, ਬਾਹਰ ਵਾਲੇ ਸਹਿਯੋਗ ਦੇ ਦੇਣਗੇ, ਚਾਹੇ ਉਹ ਬਾਹਰਲੇ ਮੁਲਕਾਂ 'ਚ ਚਾਹੇ ਬਾਹਰਲੀਆਂ ਸਟੇਟਾਂ 'ਚ। ਪੰਜਾਬ ਦਾ ਹੀ CM ਬਣੂਗਾ, ਕੋਈ ਬਣ ਜੇ। ਬਾਕੀ ਜਿਹੜੇ ਰਹੀ ਗੱਲ ਪਹਿਲਿਆਂ ਦੀ ਲੈ ਲਓ ਤੁਸੀਂ, ਜੇ ਹੁਣ ਬਾਹਰ ਵਾਲਿਆਂ ਦੀ ਵੀ ਗੱਲ ਛੱਡ ਦਿਓ, ਜਿਹੜੇ ਪੰਜਾਬ ਵਾਲੇ ਬਣੇ ਉਹਨਾਂ ਕਿਹੜੇ ਰੰਗ ਲਾਤੇ ਇੱਥੇ ਦੱਸੋ ਮੈਨੂੰ? ਬੇਅਦਬੀਆਂ ਉਹਨਾਂ ਦੇ ਰਾਜ 'ਚ ਹੋ ਗਈਆਂ। ਜੇ ਹੁਣ ਤੁਸੀਂ ਗੱਲ ਕਰੋ ਕਾਂਗਰਸ ਦੀ, ਜਿਹਨਾਂ ਅਕਾਲ ਤਖਤ ਸਾਹਿਬ ਢਾਇਆ, ਤੋਪਾਂ ਟੈਂਕਾਂ ਨਾਲ ਹਮਲਾ ਕੀਤਾ, ਉਹਨਾਂ ਦੀ 2 ਵਾਰੀ ਸਰਕਾਰ ਬਣਾਤੀ ਪੰਜਾਬ ਵਾਲਿਆਂ 84 ਤੋਂ ਬਾਅਦ, ਜਿਨ੍ਹਾਂ ਨੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ। ਸਰਕਾਰ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਬਣਾਤੀ। ਹੁਣ ਰੋਵਾਂਗੇ ਕਿਹਨੂੰ ਇੱਥੇ? ਦਾਦੂਵਾਲ ਜੀ ਤੁਹਾਡੇ ਸਿਆਣੇ ਕਹਿੰਦੇ ਕਮਲਾ ਹੋਵੇ ਇੱਕ ਤੇ ਸਮਝਾਵੇ ਵਿਹੜਾ, ਜੇ ਕਮਲਾ ਹੀ ਹੋ ਜੇ ਵਿਹੜਾ ਤੇ ਸਮਝਾਵੇ ਕਿਹੜਾ? ਹੁਣ ਇੱਥੇ ਇਹਨਾਂ ਨੂੰ ਕੌਣ ਕੀ ਕਰੇ ਦੱਸੋ? ਹੁਣ ਇਹਨਾਂ ਦੇ ਹਾਲਾਤ ਜਿਹੜੇ ਪੰਜਾਬ ਦੇ CM ਬਣਾਏ ਉਹਨਾਂ ਕਿਹੜੇ ਰੰਗ ਲਾਤੇ ਸਾਨੂੰ? ਪਰ ਮੈਂ ਅਗਲੀ ਗੱਲ ਵੀ ਕਰਦਾ ਕਿ CM ਜਿਹੜੀ ਮਰਜ਼ੀ ਪਾਰਟੀ ਆ ਜੇ ਪੰਜਾਬ ਦਾ ਹੀ ਬਣੂ, ਪੰਜਾਬ ਦਾ ਹੀ ਬਣਾਉਣਾ ਪਊਗਾ, ਨਹੀਂ ਤਾਂ ਭੁਲੇਖੇ ਹੀ ਰਹਿਣਗੇ ਨਾ। ਦਾਦੂਵਾਲ ਜੀ ਹੁਣ ਗੱਲ 2 ਲਾਈਨਾਂ ਦੇ ਵਿੱਚ ਜ਼ਰੂਰ ਥੋੜਾ ਜਿਹਾ ਦੱਸ ਕੇ ਜਾਓ ਕਿ ਤੁਸੀਂ ਦੇਖੋ ਜਿੰਨੇ ਵੀ ਸੰਘਰਸ਼ ਸਿੱਖਾਂ ਦੇ ਚੱਲਦੇ ਹੈਗੇ ਆ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਵੇ, ਬਾਪੂ ਸੂਰਤ ਸਿੰਘ ਜਦੋਂ ਸੰਘਰਸ਼ ਆਰੰਭ ਕਰਦੇ ਹੈਗੇ ਆ, ਸੰਘਰਸ਼ ਪੀਕ ਤੇ ਜਾਂਦਾ, ਸਰਬੱਤ ਖਾਲਸਾ ਹੁੰਦਾ, ਤੁਸੀਂ ਦੇਖੋ 6 ਲੱਖ ਦਾ ਇਕੱਠ ਕੌਮ ਕਰਕੇ ਦਿਖਾਉਂਦੀ ਹੈ, ਬਰਗਾੜੀ ਮੋਰਚਾ ਲੱਗਦਾ, 2 ਵਾਰੀ ਤੁਸੀਂ ਸੱਦਦੇ ਹੋ, ਵੱਡੀ ਗਿਣਤੀ ਵਿੱਚ ਦੋਨੋਂ ਹੀ ਵਾਰ ਉੱਥੇ ਕੌਮ ਹਮਾ ਕੇ ਪਹੁੰਚਦੀ ਹੈ। ਮੈਨੂੰ ਲੱਗਦਾ ਕਿ ਕੌਮ ਦੇ ਵੱਲੋਂ ਜਾਂ ਪੰਜਾਬ ਦੇ ਲੋਕਾਂ ਵੱਲੋਂ ਕੋਈ ਘਾਟ ਨਹੀਂ ਹੈਗੀ, ਲੋਕ ਤੁਹਾਡੇ ਮਗਰ ਚੱਲਣ ਨੂੰ ਤਿਆਰ ਵਾ, ਲੋਕ ਤਿਆਰ ਨੇ। ਪਰ ਜਿੱਦਾਂ ਤੁਸੀਂ ਮੋਹਰਲੇ ਜਿਹੜੇ ਆਗੂ ਹੈਗੇ ਨੇ, ਮੈਂ ਤੁਹਾਨੂੰ ਇਕੱਲਿਆਂ ਨੂੰ ਨਹੀਂ ਕਹਿ ਰਿਹਾ ਹੈਗਾ, ਉਹ ਬਿਖਰ ਜਾਂਦੇ ਆ। ਮੈਨੂੰ ਇਹ ਲੱਗਦਾ ਹੈਗਾ ਕਿ ਉਹੀ ਮੁੜ ਕੇ ਕਦੀ ਬਾਦਲ ਆ ਗਿਆ, ਕਦੀ ਕਾਂਗਰਸ ਆ ਗਈ, ਕਦੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਆਵਾਂਗੇ, ਕਦੀ BJP ਵਾਲੇ। ਉਹ ਇੰਨੇ ਬੁਰੇ ਹਾਲਾਤ, ਉਹ ਇੰਨੇ ਬੁਰੇ ਹਾਲਾਤਾਂ 'ਚ ਵੀ ਕਹੀ ਜਾਂਦੇ, ਉਹ ਕਹਿੰਦੇ ਅਸੀਂ ਇਕੱਲੇ ਲੜਾਂਗੇ 117 ਸੀਟਾਂ ਦੇ ਉੱਪਰ ਔਰ ਸਾਡਾ ਮੁੱਖ ਮੰਤਰੀ ਵੀ ਬਣੂਗਾ, ਜਿੱਤਾਂਗੇ ਵੀ ਕਹਿੰਦੇ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿਆਂਗੇ। ਉਹ ਲੋਕ ਉਹਨਾਂ ਨੂੰ ਇੰਨਾ ਕੁੱਟ ਰਹੇ ਕਰ ਰਹੇ ਆ, ਉਹਦੇ ਬਾਵਜੂਦ ਵੀ ਇਦਾਂ ਦੇ ਦਾਅਵੇ ਕਰੀ ਜਾਂਦੇ ਆ। ਦਾਦੂਵਾਲ ਜੀ ਮੁੜ ਕੇ ਉਹੀ ਲੋਕ ਆਈ ਜਾਂਦੇ ਹੈਗੇ ਆ, ਪਰ ਪੰਥਕ ਧਿਰਾਂ, ਖਾਲਸਾ ਪੰਥ ਨੂੰ ਸਮਰਪਿਤ ਜਾਂ ਪੰਜਾਬ ਹਿਤੈਸ਼ੀ ਧਿਰਾਂ ਉਹ ਸਾਹਮਣੇ ਨਹੀਂ ਉੱਭਰਦੀਆਂ। ਦਾਦੂਵਾਲ ਜੀ ਤੁਸੀਂ ਜਦੋਂ ਵੀ ਸੱਦਾ ਦਿੰਦੇ ਆ, ਕੌਮ ਇਕੱਠੀ ਹੁੰਦੀ ਹੈ, ਲੋਕਾਂ ਵਿੱਚ ਕੋਈ ਘਾਟ ਨਹੀਂ ਹੈਗੀ, ਕੁਝ ਕਹਿ ਕੇ ਜਾਓ ਜ਼ਰੂਰ। ਸੱਜਣ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਜਿੱਥੇ ਦਾ ਮੈਂ ਇੰਡੀਪੈਂਡੈਂਟ ਲੀਡ ਕੀਤਾ, ਕੋਈ ਮੋਰਚਾ ਹੋਵੇ ਕੋਈ ਹੋਵੇ, ਉਹ ਅਸੀਂ ਫਤਿਹ ਤਾਂ ਉਹਦੇ 'ਚ ਅਸੀਂ ਪਛਾਣ ਨਹੀਂ ਹਟੇ, ਉਹਦੇ ਲਈ ਮੈਂ ਜਵਾਬ ਦਿਆਂ। ਮੈਨੂੰ ਜਿੱਥੇ ਮਰਜ਼ੀ ਸੰਗਤ ਦੀ ਕਚਹਿਰੀ 'ਚ ਬਿਠਾ ਕੇ ਮੇਰੇ ਨਾਲ ਗੱਲ ਕਰ ਲਓ, ਸਾਰੇ TV ਚੈਨਲ ਲਾ ਕੇ ਗੱਲ ਕਰ ਲਓ, ਮੈਂ ਹਰ ਗੱਲ ਲਈ ਜਵਾਬ ਦਿਆਂ। ਉੱਥੇ ਜਿੱਥੇ ਮੈਂ ਲੀਡ ਨਹੀਂ ਕੀਤਾ ਉੱਥੇ ਬਾਰੇ ਵੀ ਤੁਹਾਨੂੰ ਪਤਾ ਸਾਰਾ ਕੁਝ, ਕਿ ਮੈਂ ਜਿੱਥੇ ਸੈਕੰਡ ਤੇ ਹੋਵਾਂ ਜਾਂ ਥਰਡ ਤੇ ਜਾਂ ਸਹਿਯੋਗ, ਉਹਦਾ ਮੈਂ ਜਵਾਬ ਨਹੀਂ, ਮੈਂ ਜਵਾਬ ਦੇ ਜਿੱਥੇ ਮੈਂ ਲੀਡ ਕੀਤਾ, ਚਾਹੇ ਉਹ ਸਰਸੇ ਵਾਲਾ ਸੀਗਾ, ਮੈਂ ਨਾ ਮੁਕੱਦਮਿਆਂ ਤੋਂ ਡਰਿਆ, ਨਾ ਜੇਲ੍ਹਾਂ ਤੋਂ ਡਰਿਆ,
ਮੈਂ ਗਿਆਨ ਗੋਦੜੀ ਦਾ ਮਸਲਾ ਚੱਕਿਆ, ਮੈਂ ਮੁੱਖ ਮੰਤਰੀ ਤੋਂ ਐਲਾਨ ਕਰਾਤਾ ਸੀਗਾ ਵੀ ਹਾਂ ਇੱਥੇ ਗਿਆਨ ਗੋਦੜੀ ਸਿੱਖਾਂ ਦੇ ਹਵਾਲੇ ਹੋਊਗਾ। ਪਰ ਜਦੋਂ ਮੈਂ ਪੰਜਾਬ 'ਚ ਆਇਆ ਤੇ ਮੈਨੂੰ ਬਾਦਲਾਂ ਫੜ ਕੇ ਜੇਲ੍ਹ 'ਚ ਦੇ ਦਿੱਤਾ। ਤੇ ਜਦੋਂ ਉਧਰ ਗੱਲ ਕਰਨੀ ਸੀ ਉਦੋਂ ਨੂੰ ਉਹ ਜਿਹੜਾ ਮੁੱਖ ਮੰਤਰੀ ਜਿਹਦੇ ਤੋਂ ਐਲਾਨ ਕਰਾਇਆ ਸੀ ਉਹ ਲੈ ਗਿਆ ਸੀਗਾ। ਸੋ ਕਹਿਣ ਤੋਂ ਭਾਵ ਹਰ ਗੱਲ ਦੇ ਵਿੱਚ ਜਿੱਥੇ ਮੈਂ ਇੰਡੀਪੈਂਡੈਂਟ ਕੰਮ ਕੀਤਾ ਮੈਂ ਉਹਦੀ ਹਰ ਸੰਗਤ ਦੀ ਕਚਹਿਰੀ 'ਚ ਜਵਾਬ ਦੇ ਸਕਦਾ, ਹਰ ਗੱਲ ਦੀ। ਡੇਰਾ ਬਿਆਸ ਦੇ ਵਿੱਚ ਗੁਰਦੁਆਰੇ ਦਾ ਮਸਲਾ ਸੀ, ਅਸੀਂ ਲੀਡ ਕੀਤਾ, ਇੱਕ ਕਨਾਲ 14 ਮਰਲੇ ਦਾ ਸੀ, ਅਸੀਂ 2.5 ਕਿੱਲਿਆਂ 'ਚ ਬਣਾਇਆ ਉੱਥੇ। ਅਸੀਂ ਹਰ ਜਗ੍ਹਾ ਜਿੱਥੇ ਵੀ ਕਿਤੇ ਮੋਰ, ਨਾ ਮੈਂ ਡਾਂਗਾਂ ਤੋਂ ਡਰਿਆ, ਨਾ ਗੋਲੀਆਂ ਤੋਂ ਡਰਿਆ, ਨਾ ਮੁਕੱਦਮਿਆਂ ਤੋਂ ਡਰਿਆ। ਗੁਰੂ ਦੀ ਕਿਰਪਾ, ਸੰਗਤ ਦੇ ਸਹਿਯੋਗ ਨਾਲ ਵਰਕ ਕੀਤਾ, ਹੁਣ ਵੀ ਆ ਰਹੀ ਗੱਲ ਸਿਆਸਤ ਦੀ, ਮੈਂ ਸਿਆਸਤ 'ਚ ਨਾ ਮੈਂ ਕਦੇ MLA ਦੀ ਚੋਣ ਲੜੀ, ਨਾ SGPC ਦੀ ਲੜੀ, ਨਾ MP ਦੀ ਲੜੀ ਆ, ਨਾ ਮੈਂ ਚੋਣਾਂ ਦੇ ਵਿੱਚ ਬਹੁਤਾ, ਸਗੋਂ 1-2 ਵਾਰੀ ਪੰਥਕ ਬੰਦਿਆਂ ਦੇ ਵਾਸਤੇ ਤਾਂ ਮੈਂ ਜ਼ਰੂਰ ਗਿਆ ਹੋਊਂਗਾ, ਪੰਥਕ ਪਾਰਟੀਆਂ, ਪਰ ਮੈਂ ਨਾ ਅੱਜ ਤੱਕ ਕਦੇ ਕਾਂਗਰਸ ਲਈ ਵੋਟ ਮੰਗੀ, ਨਾ ਆਮ ਪਾਰਟੀ ਲਈ ਮੰਗੀ ਆ, ਨਾ ਮੈਂ ਬਾਦਲ ਦਲ ਲਈ ਮੰਗੀ ਆ, ਠੀਕ ਹੈ ਨਾ, ਨਾ ਮੈਂ ਕਿਸੇ ਹੋਰ, ਮੈਂ ਪੰਥਕ ਸਰਦਾਰ ਮਾਨ ਸਾਹਿਬ ਖੜੇ ਹੋਏ ਸੀ ਉਹਨਾਂ ਲਈ ਮੈਂ 2 ਵਾਰੀ ਸਟੇਜਾਂ ਤੇ ਜ਼ਰੂਰ, ਇੱਕ ਵਾਰੀ ਸ਼ਾਇਦ ਭਦੌੜ ਤੇ, ਇੱਕ ਵਾਰੀ ਦਿੜਬਾ ਬੋਲਿਆ ਸੀਗਾ, ਪਰ ਮੈਂ ਕਦੇ ਕਿਸੇ ਇਲੈਕਸ਼ਨ 'ਚ ਕਦੇ ਸਟੇਜ ਤੇ ਨਹੀਂ ਗਿਆ। ਅਸੀਂ ਧਾਰਮਿਕ ਤੌਰ ਤੇ ਸੰਘਰਸ਼, ਪੰਥ ਦੇ ਸੰਘਰਸ਼ਾਂ 'ਚ ਜ਼ਰੂਰ ਗਿਆ। ਉਦਾਂ ਭਾਵੇਂ ਕੋਈ ਗੁੰਮਰਾਹ ਕੁਨ ਬਿਆਨਬਾਜ਼ੀ 100 ਕਰੀ ਜਾਵੇ, ਮੇਰੇ ਕੋਲ ਹਰ ਗੱਲ ਦਾ ਜਵਾਬ ਜਿੱਥੇ ਮਰਜ਼ੀ ਲੈ ਲਓ। ਪਰ ਮੈਂ ਇੱਕ ਗੱਲ ਦੀ ਬੇਨਤੀ ਕਰੂੰ, ਜਿੱਦਣ ਅਸੀਂ ਸਿਆਸਤ ਵਾਲੇ ਪਾਸੇ ਧਿਆਨ ਦਿੱਤਾ ਇੱਧਰ ਨੂੰ, ਕਿਉਂਕਿ ਸਿਆਸਤ ਤੇ ਡਾਕੂਆਂ ਦੇ ਚੋਰਾਂ ਦਾ ਕੰਮ ਹੀ ਨਹੀਂ ਆ, ਸੰਤ ਵੀ ਸਿਆਸਤ 'ਚ ਆ ਸਕਦੇ ਆ, ਹਰ ਸਿੱਖ ਦਾ ਹੱਕ ਆ, ਮੀਰੀ ਪੀਰੀ ਦਾ ਸਿਧਾਂਤ ਆ ਗੁਰੂ ਦਾ। ਪਰ ਜਦੋਂ ਇੱਧਰ ਨੂੰ ਧਿਆਨ ਕਰਾਂਗੇ, ਅਸੀਂ ਇਸੇ ਧਾਰਮਿਕ ਤੌਰ ਤੇ ਲੱਗੇ ਹੋਏ ਆ, ਅਸੀਂ ਧਾਰਮਿਕ ਤੌਰ ਤੇ ਆਪਣੇ ਗੁਰਦੁਆਰੇ, ਜਿਵੇਂ ਹਰਿਆਣੇ ਦੇ ਵਿੱਚ ਅਸੀਂ ਹਰਿਆਣਾ ਕਮੇਟੀ ਦੀ ਗੱਲ ਆ, ਹੁਣ SGPC ਵਾਲੇ ਪਾਸੇ ਧਿਆਨ ਆ ਵੀ ਗੁਰਦੁਆਰੇ ਤੇ ਤਖਤ ਜਿਹੜੇ ਆ ਇਹਨਾਂ ਬਾਦਲਾਂ ਤੋਂ ਅਸੀਂ ਆਜ਼ਾਦ ਕਰਾ ਲਈਏ ਤੇ ਗਾਂ ਸਰਕਾਰਾਂ ਵਾਲੇ ਪਾਸੇ ਵੀ ਦੇਖ ਲਾਂਗੇ ਬਾਅਦ ਚ ਕਿ ਪੰਥ ਦੀ ਸਰਕਾਰ, ਕੌਮ ਦੀ, ਪੰਥਕ ਬੰਦਿਆਂ ਦੀ। ਮੇਰੀ ਤਾਂ ਹਮੇਸ਼ਾ ਹੀ ਇਹੀ ਆਵਾਜ਼ ਰਹਿੰਦੀ ਹੈ ਪੰਥ ਨੂੰ ਅਪੀਲ ਕਿ ਨਰੈਣੂ ਮਹੰਤ ਦੇ, ਮੱਸੇ ਰੰਗੜ ਦੇ ਤੇ ਮਲਕ ਭਾਗੋ ਦੇ ਵਾਰਸਾਂ ਨੂੰ ਪਾਸੇ ਕਰਕੇ ਆਪਾਂ ਭਾਈ ਲਾਲੋ ਦੇ ਵਾਰਸਾਂ ਨੂੰ ਲਿਆਈਏ। ਆ ਜਿੰਨੀਆਂ ਜਥੇਬੰਦੀਆਂ ਪੰਥ ਦੀਆਂ, ਚਾਹੇ ਉਹ ਅਕਾਲੀ ਦਲ ਅੰਮ੍ਰਿਤਸਰ ਹੋਵੇ, ਚਾਹੇ ਉਹ ਦਲ ਖਾਲਸਾ ਹੋਵੇ, ਚਾਹੇ ਕੋਈ ਯੂਨਾਈਟਿਡ ਅਕਾਲੀ ਦਲ, ਚਾਹੇ ਕੋਈ ਹੋਰ ਪੰਥ ਦੀ ਜਥੇਬੰਦੀ ਜਿਹੜੀਆਂ ਜਾਂ ਫੈਡਰੇਸ਼ਨਾਂ ਹੋਣ, ਮੈਨੂੰ ਇੱਕ ਵੀ ਦੱਸ ਦਿਓ ਜਿਹੜੀ ਕਹੇ ਕਿ ਜਦੋਂ ਉਹਨਾਂ ਆਵਾਜ਼ ਮਾਰੀ ਮੈਂ ਸਾਥ ਨਹੀਂ ਦਿੱਤਾ। ਮੈਂ ਹਮੇਸ਼ਾ ਸਾਥ ਦਿੱਤਾ ਵਾ। ਕੋਈ ਮੋਰਚਾ ਲਾ ਲੇ, ਕੋਈ ਕਿਸ ਤਰ੍ਹਾਂ, ਜਿੱਥੇ ਪੰਥ ਦੀ, ਕੌਮ ਦੀ ਗੱਲ ਆ। ਇਸੇ ਤਰ੍ਹਾਂ ਅਸੀਂ ਸਿਆਸਤ ਵਾਲੇ ਪਾਸੇ ਆ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ। ਠੀਕ ਅੱਜ ਸਾਨੂੰ ਹਾਲਾਤ ਜਿਹੜੇ ਜਿਸ ਤਰ੍ਹਾਂ ਦੇ ਹੈਗੇ ਨਜ਼ਰ ਆ ਰਹੇ, ਜਿੰਨਾ ਕੁ ਸਾਡਾ ਸਹਿਯੋਗ ਆ ਉਹਨਾਂ ਕੁ ਅਸੀਂ ਵਰਕ ਕਰ ਰਹੇ ਆ। ਗੁਰੂ ਕਿਰਪਾ ਕਰੇਗਾ, ਵਰਕ ਦਿਨੋਂ ਦਿਨ ਵੱਧਦਾ ਜਾਏਗਾ ਤੇ ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਪਤਾ ਨਹੀਂ ਕਰਦੇ, ਪਰ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਨੂੰ ਜਿਹੜਾ ਹੈਗਾ ਸਾਹਮਣੇ ਲੈ ਕੇ ਆਈਏ ਕੌਮ ਦੇ। ਜਦੋਂ ਸਿਆਸਤ ਵਾਲੇ ਪਾਸੇ ਆਏ ਆ ਜੀ, ਅਸੀਂ ਧਾਰਮਿਕ ਵਾਲੇ ਪਾਸੇ ਹੀ ਲੱਗੇ ਹੋਏ ਜੀ। ਦਾਦੋਵਾਲ ਜੀ, ਬਹੁਤ ਸਾਰੇ ਕਾਲਰ ਨਾਲ ਲਾਈਨ ਤੇ ਹੈਗੇ ਨੇ, ਪਰ ਕਿਉਂਕਿ ਮੈਂ ਤੁਹਾਨੂੰ ਆਪਣੇ ਪਰਸਨਲ ਫੋਨ ਤੋਂ ਕਾਲ ਲਾਈ ਹੋਈ ਆ, ਉਹਨਾਂ ਨੂੰ ਤੁਹਾਡੀ ਗੱਲ ਨਹੀਂ ਸੁਣਨੀ ਤੇ ਤੁਹਾਡੀ ਗੱਲ ਉਹਨਾਂ ਨੂੰ ਨਹੀਂ ਸੁਣਨੀ ਹੈਗੀ। ਮੈਂ ਇੱਕ ਕਾਲਰ ਮੈਨੂੰ ਲੱਗਦਾ ਤੁਹਾਡੇ ਕੋਲੋਂ ਕੁਝ ਜਾਣਨਾ ਚਾਹੁੰਦੇ ਨੇ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਮੈਂ ਸਾਰਿਆਂ ਦੇ ਕਾਲਾਂ ਦਾਦੋਵਾਲ ਜੀ ਨੂੰ ਨਹੀਂ ਲੈ ਸਕੂੰਗਾ। ਮੇਰੀ ਕਾਲਰ ਨੂੰ ਬੇਨਤੀ ਹੈ ਕਿ ਬਹੁਤ ਹੀ ਸ਼ਾਰਟ ਦੇ ਵਿੱਚ ਤੁਸੀਂ ਆਪਣਾ ਸਵਾਲ ਕਰ ਲਿਓ। ਮੈਂ ਤੁਹਾਡਾ ਸਵਾਲ ਜਿਹੜਾ ਹੈਗਾ ਦਾਦੋਵਾਲ ਜੀ ਨੂੰ ਬੋਲ ਕੇ ਇੱਦਾਂ ਦੱਸ ਦੂੰਗਾ ਜੀ। 6610 ਸਵਾਗਤ ਹੈ ਜੀ। ਤੁਸੀਂ ਆਪਣਾ ਸ਼ਾਰਟ ਵਿੱਚ ਸਵਾਲ ਕਰ ਲੈਣਾ ਜੀ। ਮੈਂ ਦਾਦੋਵਾਲ ਜੀ ਦੇ ਸਾਹਮਣੇ ਤੁਹਾਡਾ ਸਵਾਲ ਰੱਖ ਦਿੰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਫਤਿਹ। ਭਾਈ ਸਾਹਿਬ ਦਾਦੋਵਾਲ ਸਾਹਿਬ ਜੀ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਸਾਡੀ ਜਿਹੜੀ ਲੜਾਈ ਆ ਕੌਮ ਦੀ, ਬਾਦਲਾਂ ਦੇ ਖਿਲਾਫ ਆ ਜਾਂ ਸਟੇਟ ਦੇ ਖਿਲਾਫ ਆ? ਜੀ ਧੰਨਵਾਦ ਜੀ। ਕੀ ਸਾਡੀ ਕੌਮ ਦਾ ਨਿਸ਼ਾਨਾ ਹੈਗਾ ਆ ਬਾਦਲਾਂ ਨੂੰ ਲਾਉਣਾ ਜਾਂ ਇੰਡੀਆ ਦੀ ਗੁਲਾਮੀ ਨੂੰ ਆਪਣੇ ਗਲ ਵਿੱਚ ਲਾਉਣਾ? ਜੀ ਮੈਂ ਤੁਹਾਡਾ ਸਵਾਲ ਦਾ ਸੋਚਣਾ ਮਤਲਬ ਕਿ ਜੇ 70 ਸਾਲ ਦੇ ਵਿੱਚ ਤੁਸੀਂ ਜੇ ਹੁਣ ਧਾਰਮਿਕ ਖੇਤੀ ਵਾਲੇ ਪਾਸੇ ਆ, ਤੁਸੀਂ ਕਹਿੰਦੇ ਇਸ ਤੋਂ ਬਾਅਦ ਅਸੀਂ ਰਾਜਨੀਤੀ ਵਾਲੇ ਪਾਸੇ ਆਉਂਗੇ, ਤਾਂ ਮਤਲਬ ਕਿ 70 ਸਾਲ ਦੇ ਵਿੱਚ ਮਤਲਬ ਕਿ ਤੁਸੀਂ ਸੋਚਿਆ ਨਹੀਂ ਇੱਧਰਲੇ ਪਾਸੇ ਆਉਣ ਨੂੰ? ਜੀ ਜੇ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਆ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਗਲੇ ਮਲੇ ਹੈ, ਤੇ ਤੁਸੀਂ ਧਰਮ ਕਿੱਦਾਂ ਬਚਾਲੋਗੇ ਬਿਨਾਂ ਰਾਜ ਤੋਂ? ਜੀ ਚਲੋ ਮੈਂ ਤੁਹਾਡਾ ਸਵਾਲ ਦਾਦੋਵਾਲ ਜੀ ਦੇ ਮੂਹਰੇ ਰੱਖ ਦਿੰਦਾ ਜੀ। ਆਪਾਂ ਦੇਖ ਲੈਂਦੇ ਹਾਂ ਕੀ ਜਵਾਬ ਦਿੰਦੇ ਨੇ ਦਾਦੋਵਾਲ ਜੀ। ਉਹਨਾਂ ਦਾ ਇਹ ਕਹਿਣਾ ਹੈਗਾ ਕਿ 73-74 ਵਰੇ ਹੋ ਚੁੱਕੇ ਨੇ। ਤੁਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਧਾਰਮਿਕ ਲੜਾਈ ਲੜ ਰਹੇ ਹਾਂ, ਅਸੀਂ ਆਉਂਦੇ ਸਮੇਂ ਦੇ ਵਿੱਚ ਰਾਜਨੀਤਿਕ ਲੜਾਈ ਵੀ ਲੜਾਂਗੇ, ਹੱਲੇ ਆਪਾਂ ਉਧਰ ਨੂੰ ਹੋਏ ਨਹੀਂ ਹੈਗੇ। ਉਹਨਾਂ ਦਾ ਇਹ ਕਹਿਣਾ ਹੈਗਾ ਕਿ ਤੁਹਾਡੀ ਲੜਾਈ ਬਾਦਲਕਿਆਂ ਦੇ ਖਿਲਾਫ ਆ
ਜਾਂ ਕੇਂਦਰ ਸਰਕਾਰ ਦੇ ਖਿਲਾਫ ਆ, ਭਾਰਤ ਸਰਕਾਰ ਦੇ ਖਿਲਾਫ ਹੈ? ਮੇਰੀ ਜਿਹੜੀ ਲੜਾਈ ਆ, ਦੇਖੋ ਮੈਂ ਤਾਂ ਕਾਂਗਰਸ ਦੇ ਖਿਲਾਫ ਵੀ ਲੜ ਰਿਹਾ ਵਾਂ, ਮੈਂ ਸਟੇਟ ਦੇ ਵਿੱਚ ਗੱਲ ਕਰਦਾ, ਪੰਜਾਬ ਦੇ ਵਿੱਚ ਤੇ ਆਪਣਾ ਹਰਿਆਣਾ ਦੇ ਵਿੱਚ। ਮੈਂ ਇਹਨਾਂ ਦੇ ਖਿਲਾਫ, ਬਾਦਲਾਂ ਦੇ ਖਿਲਾਫ ਵੀ ਲੜ ਰਿਹਾ। ਮੈਂ ਤਾਂ ਅਸਲ ਜੇ ਸਹੀ ਪੁੱਛੋ ਤਾਂ ਮੈਂ ਡੇਰੇ ਸਰਸੇ ਦੇ ਖਿਲਾਫ ਲੜਾਈ ਸ਼ੁਰੂ ਕੀਤੀ, ਉਹਦੀ ਮਦਦ ਤੇ ਬਾਦਲ ਆ ਗਏ। ਮਦਦ ਤਾਂ ਮੇਰੀ ਕਰਨੀ ਸੀ, ਉਹ ਪੰਥ ਦੀ ਸਰਕਾਰ, ਪੰਥ ਦੀ ਪਾਰਟੀ ਕਹਾਉਂਦੇ ਸੀ, ਉਹ ਸਰਸੇ ਵਾਲੇ ਦੀ ਮਦਦ ਤੇ ਲੱਗ ਗਏ। ਮੈਂ ਉਹਨਾਂ ਨਾਲ ਲੜਾਈ ਆਰੰਭ ਲਈ। ਮੈਨੂੰ ਤੇ ਉਹਨਾਂ ਚੋਂ ਹੀ ਕੇਂਦਰ ਲੱਗਦਾ ਸੀ, ਮੈਨੂੰ ਉਹਨਾਂ ਚੋਂ ਹੀ ਭਾਰਤ ਲੱਗਦਾ ਸੀਗਾ, ਮੈਨੂੰ ਉਹਦੇ 'ਚ ਹੀ ਸਟੇਟ ਲੱਗਦੀ ਸੀ ਵੀ ਇਹ ਬਾਦਲ ਹੀ ਉਹਨਾਂ ਦੇ ਫੀਲੇ, ਉਹਨਾਂ ਦੇ ਕੰਦੇ ਤੇ ਉਹਨਾਂ ਦੇ ਜਿਹੜੇ ਹੈਗੇ ਆ ਕੀ ਕਹਿ ਦਿੰਦੇ ਪਿਆਦੇ ਆ। ਤੇ ਮੈਂ ਇਹਨਾਂ ਖਿਲਾਫ ਲੜਦਾ ਰਿਹਾ ਤੇ ਹੁਣ ਵੀ ਲੜ ਰਿਹਾ। ਹੁਣ ਕੈਪਟਨ ਜਿਹੜਾ ਉਹਨਾਂ ਨਾਲ ਰਲਿਆ, ਆਪਾਂ ਕੈਪਟਨ ਦੇ ਖਿਲਾਫ ਲੜ ਰਹੇ ਆ, ਕਾਂਗਰਸ ਦੇ ਖਿਲਾਫ ਲੜ ਰਹੇ। ਮੈਨੂੰ ਇਹਦੇ 'ਚ ਹੀ ਕੇਂਦਰ ਲੱਗਦਾ, ਇਹਦੇ 'ਚ ਹੀ ਸਾਰਾ ਕੁਝ ਲੱਗਦਾ ਵੀ ਇੱਥੇ ਤਾਂ ਇਹੀ ਆ ਜੋ ਕੁਝ ਜਿਹੜਾ ਕੇਂਦਰ ਦਾ ਜਿਹੜਾ ਸਿੱਖ ਵਿਰੋਧੀ ਉਹ ਇਹੀ ਲਾਗੂ ਕਰਦੇ ਆ ਇੱਥੇ। ਜੀ ਜੀ ਜੀ, ਜੋ ਝੂਠੇ ਮੁਕਾਬਲੇ ਹੋਏ ਆ ਜਾਂ ਬੇਅਦਬੀਆਂ ਹੋਈਆਂ, ਇਹਨਾਂ ਦੀਆਂ ਜਾਂਚਾਂ ਖੂਹ ਖਾਤੇ ਪਾਈਆਂ, ਇਹਨਾਂ ਨੇ ਇਹੀ ਕਰ ਰਹੇ ਆ। ਸਾਨੂੰ ਤੇ ਇਹੀ ਉਹਨਾਂ ਦੇ ਕਰਿੰਦੇ ਤੇ ਇਹੀ ਉਹਨਾਂ ਦੇ ਜਿਹੜੇ ਹੈਗੇ ਆ ਪਿਆਦੇ ਲੱਗਦੇ, ਇਹਨਾਂ ਨਾਲ ਲੜ ਰਹੇ ਆ। ਇਹਨੂੰ ਤੁਸੀਂ ਕੇਂਦਰ ਨਾਲ ਸਮਝ ਲਓ ਜਾਂ ਸਟੇਟ ਨਾਲ ਸਮਝ ਲਓ ਜਾਂ ਬਾਦਲ ਜਾਂ ਕਾਂਗਰਸ ਨਾਲ ਸਮਝ ਲਓ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਮਤਲਬ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਮੋਹਰੇ ਹੈਗੇ ਆ, ਤੁਹਾਡੇ ਅੱਖਾਂ ਦੇ ਸਾਹਮਣੇ ਹੈਗੇ ਆ, ਆਪਾਂ ਉਹਨਾਂ ਨਾਲ ਲੜ ਰਹੇ ਆ, ਜਿਹੜੇ ਪਿੱਛੇ ਹੈਗੇ ਆ ਆਪਾਂ ਉਹਨਾਂ ਵੱਲ ਹਲੇ ਨਹੀਂ, ਜਿਹੜੇ ਸਾਹਮਣੇ ਹੈਗੇ ਉਹਨਾਂ ਨਾਲ ਮੱਥਾ ਲਾ ਰਹੇ? ਉਹ ਦਿਸਦੇ ਆ ਸਾਨੂੰ, ਇਹਨਾਂ 'ਚ ਉਹ ਦਿਖਦੇ ਆ ਵੀ ਜੇ ਅਸੀਂ ਉਹਨਾਂ ਦੇ ਇਹਨਾਂ ਪਿਆਦਿਆਂ ਨਾਲ ਇਹਨੂੰ ਇੱਥੇ ਮਾਰਾਂਗੇ, ਇਹਨਾਂ ਦੇ ਪਿਆਦਿਆਂ ਨੂੰ ਇੱਥੇ ਭਾਂਜ ਦੇਾਂਗੇ, ਇਹਨਾਂ ਦੇ ਪਿਆਦਿਆਂ ਦੇ ਖਿਲਾਫ ਖੜੇ ਹੋਵਾਂਗੇ ਤੇ ਆਪੇ ਜੇ ਇਹਨਾਂ ਦੀ ਹਾਰ ਹੋਊਗੀ ਤੇ ਉਹਨਾਂ ਦੀ ਹਾਰ ਆ। ਜੀ, ਪਿਆਦੇ ਬਹੁਤ ਬੈਠੇ ਆ ਉਹਨਾਂ ਦੇ ਕੋਲ। ਦਾਦੂਵਾਲ ਜੀ, ਅਖੀਰ ਦੇ ਵਿੱਚ ਜਿਨ੍ਹਾਂ ਦੇ ਤੁਸੀਂ ਗਲ ਦੇ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਸੀਗਾ, ਤੁਹਾਨੂੰ ਲੱਗਦਾ ਸੀਗਾ ਕਿ ਬਹੁਤ ਵਧੀਆ ਨੇ? ਤੁਹਾਨੂੰ ਇਹ ਲੱਗਦਾ ਹੈਗਾ ਕਿ ਕੋਈ ਪ੍ਰੀ ਪਲਾਨਡ ਕੰਮ ਨਹੀਂ ਸੀਗਾ, ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਜਾਂਚ ਕੀਤੀ ਆ? ਹਾਲਾਂਕਿ ਮੈਂ ਕੱਲ ਵੀ ਗੱਲ ਕੀਤੀ ਸੀਗੀ, ਥੋੜੇ ਦਿਨ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਕਿ ਇੱਕ ਬੰਦਾ ਆਪਣੀ ਦੁਕਾਨ ਤੇ ਬੈਠ ਕੇ 40 ਰੁਪਏ ਕਿਲੋ ਖੰਡ ਤੋਲਦਾ ਹੈਗਾ। ਜੇ ਉਹ ਇਹ ਗੱਲ ਕਹੇ ਕਿ ਮੈਂ 40 ਰੁਪਏ ਕਿਲੋ ਖੰਡ ਤੋਲੀ ਹੈ ਔਰ ਮੈਂ ਪੂਰੀ ਕਿਲੋ ਤੋਲੀ ਹੈ, ਹੁਣ ਮੈਂ ਆਖਾਂ ਜੀ ਮੈਂ ਇਹਨੂੰ ਸਨਮਾਨਿਤ ਕਰਨਾ, ਕਾਹਤੋਂ ਸਨਮਾਨਿਤ ਕਰਨਾ? ਇਹਨੇ ਜੀ ਪੂਰੀ ਕਿਲੋ ਖੰਡ ਤੋਲੀ ਹੈ। ਦਾਦੂਵਾਲ ਜੀ, ਉਹ ਤਾਂ ਉਹਦਾ ਕੰਮ ਆ, ਉਹਦੀ ਜੌਬ ਆ, ਉਹਨੂੰ ਤਨਖਾਹ ਮਿਲਦੀ ਆ ਉਸ ਕੰਮ ਦੀ, ਪਰ ਫਿਰ ਵੀ ਚਲੋ ਤੁਸੀਂ ਸਨਮਾਨਿਤ ਕਹਿੰਦੇ ਮੈਂ ਕੀਤਾ। ਮੈਂ ਤੁਹਾਡੀ ਗੱਲ ਸਮਝ ਗਿਆ ਸੱਜਣ ਜੀ, ਬਿਲਕੁਲ। ਪਰ ਅਸੀਂ ਉਹਨੂੰ ਸਿਰਫ ਇਸ ਕਰਕੇ, ਤਨਖਾਹ ਤਾਂ ਹੋਰ ਵੀ ਬੜੇ ਲੈਂਦੇ ਆ ਜੀ, ਨੌਕਰੀਆਂ ਤਾਂ ਹੋਰ ਵੀ ਬੜੇ। ਦਾਦੂਵਾਲ ਨੇ ਕਿੰਨਿਆਂ ਕੁ ਦੇ ਗਲ 'ਚ ਮੈਡਲ ਪਾਏ ਆ ਜੀ, ਉਹਦੇ ਹੀ ਖਾਸ ਪਾਤਾ ਨਾ। ਇਸ ਕਾਰਨ ਕਰਕੇ ਕਿ ਉਹਨੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਸੀਗਾ ਤਹਈਆ ਕਰਕੇ ਇਸ ਜਿਹੜਾ ਸੀ ਜਾਂਚ ਕੀਤੀ। ਉਹਨੇ ਬਾਦਲਾਂ ਨੇ ਧਮਕੀਆਂ ਦਿੱਤੀਆਂ, 100 ਕੁਛ ਬਾਦਲਾਂ ਨੇ ਚੀਕ ਝਿਹਾੜਾ ਪਾਇਆ ਉਹਦੇ ਖਿਲਾਫ। ਹੁਣ ਕਾਂਗਰਸ ਪਾ ਰਹੀ ਹੈ, ਤੁਸੀਂ ਦੇਖੋ ਉਹਨੇ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਤਾਂ ਉਸ ਜੱਜ ਨੇ ਵੀ ਤਾਂ ਡਿਊਟੀ ਕੀਤੀ ਜਿਹਨੇ ਸਰਸੇ ਵਾਲੇ ਨੂੰ ਅੰਦਰ ਭੇਜਿਆ ਜੀ। ਪਰ ਅਸੀਂ ਉਹਦਾ ਵੀ ਐਲਾਨ ਕੀਤਾ ਕਿ ਉਹ ਜਦੋਂ ਵੀ, ਚਾਹੇ ਉਹ ਡਿਊਟੀ ਦੌਰਾਨ ਚਾਹੇ ਜਾਂ ਡਿਊਟੀ ਤੋਂ ਬਾਅਦ ਸੇਵਾ ਮੁਕਤ ਹੋ ਕੇ ਚਾਹੇ, ਅਸੀਂ ਤਾਂ ਉਹਦਾ ਵੀ ਸਨਮਾਨ ਕਰਾਂਗੇ ਜਿਹਨੇ ਏਡੀ ਵੱਡੀ ਗੱਲ ਕੀਤੀ ਕਿ ਜਿਹਨੂੰ ਸਾਡੇ ਧਰਮ ਦੇ ਠੇਕੇਦਾਰਾਂ ਨੇ ਮਾਫੀਨਾਮਾ ਦੇ ਦਿੱਤਾ ਸੀ। ਉਹਨੂੰ ਇੱਕ ਦੁਨਿਆਵੀ ਜੱਜ ਨੇ 20 ਸਾਲੀ ਕੈਦ ਕਰਕੇ ਅੰਦਰ ਕਰਤਾ, ਉਹ ਸਰਸੇ ਵਾਲੇ ਪਖੰਡੀ ਰਾਮ ਰਹੀਮ ਨੂੰ। ਅਸੀਂ ਤਾਂ ਉਹਨੂੰ ਵੀ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੋਇਆ ਵਾ, ਕਰਤਾ ਉਹਨੇ, ਉਹ ਵੀ ਡਿਊਟੀ ਰਿਹਾ ਜੀ। ਡਿਊਟੀ ਦੀ ਨਹੀਂ ਆ, ਦਾਦੂਵਾਲ ਜੀ ਹੈਗੀ ਆ ਕਿ ਕਿਹੜੇ ਬੰਦੇ ਤਹਈਆ ਡਿਊਟੀਆਂ ਤਾਂ ਬਹੁਤ ਕਰਦੇ, ਡਿਊਟੀਆਂ ਤੋਂ ਵੀ ਜਿਹੜੇ ਸਾਨੂੰ ਬੇਕਸੂਰਾਂ ਨੂੰ ਫੜ ਕੇ ਅੰਦਰ ਡੱਕੀ ਜਾਂਦੇ, ਡਿਊਟੀਆਂ ਤੋਂ ਵੀ ਕਰਦੇ, ਤਨਖਾਹਾਂ ਤੇ ਉਹ ਵੀ ਲੈਂਦੇ ਆ। ਜੀ, ਤੁਹਾਨੂੰ ਲੱਗਦਾ ਕਿ ਜਿਹੜਾ ਇਮਾਨਦਾਰੀ ਨਾਲ ਡਿਊਟੀ ਕਰਦਾ ਹੈਗਾ ਉਹਨੂੰ ਸਨਮਾਨਿਤ ਕਰਨਾ ਬਣਦਾ ਤੁਹਾਨੂੰ? ਬਿਲਕੁਲ। ਸਾਡਾ ਜਿਹੜਾ ਮੇਰਾ ਮੰਨਿਆ ਕਿ ਜਿਹਨੇ ਇਮਾਨਦਾਰੀ ਨਾਲ, ਤਾਂ ਇਮਾਨਦਾਰੀ ਨਾਲ ਵੀ ਬਹੁਤ ਕਰਦੇ, ਪਰ ਮੇਰਾ ਮੰਨਣਾ ਜਿਹੜੇ ਮੁਸ਼ਕਲਾਂ ਦੇ ਵਿੱਚ ਜੀ ਜਿਹੜੇ ਅੱਗੇ ਵਧਦੇ ਆ ਬੰਦੇ, ਉਹਨਾਂ ਦਾ ਸਨਮਾਨ, ਚਾਹੇ ਉਹ ਸਾਡੇ ਪੰਥਕ ਯੋਧੇ ਆ, ਚਾਹੇ ਉਹ ਇਸ ਤਰ੍ਹਾਂ ਸੀ, ਬੜੇ ਪੰਥਕ ਯੋਧਿਆਂ ਦਾ ਵੀ ਸਨਮਾਨ ਕੀਤਾ, ਅਸੀਂ ਸੇਵਾ ਵਾਲਿਆਂ ਦਾ ਵੀ ਸਨਮਾਨ ਕੀਤਾ। ਅਸੀਂ ਤਾਂ ਉਹਨਾਂ ਨੂੰ ਵੀ ਜਾ ਕੇ ਜਿੰਨੇ ਕਿਸੇ ਨੇ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ, ਅਸੀਂ ਜਥੇਦਾਰ ਗੁਰਬਖਸ਼ ਸਿੰਘ ਦੇ ਕੋਲ ਉੱਥੇ ਜਾ ਕੇ ਦਿਨ ਰਾਤ ਉੱਥੇ ਵੀ ਉਹਨਾਂ ਦਾ ਵੀ ਸਨਮਾਨ, ਮਦਦ। ਬਾਪੂ ਸੂਰਤ ਸਿੰਘ ਦਾ ਸੰਘਰਸ਼ ਚੱਲਦਾ ਸੀ, ਉੱਥੇ ਜਾ ਕੇ ਵੀ ਮਦਦ, ਉਹਨਾਂ ਦਾ ਵੀ ਸਨਮਾਨ। ਆ ਜਿਹੜੇ ਸਿੱਖ ਯੋਧੇ, ਉਹਨਾਂ ਦਾ ਵੀ ਸਨਮਾਨ। ਅਸੀਂ ਤਾਂ ਹਰ ਵੇਲੇ ਚੰਗੇ ਬੰਦੇ ਦੇ ਸਨਮਾਨ ਕਰਨ ਦੀ ਕੋਸ਼ਿਸ਼, ਠੀਕ ਆ ਅਸੀਂ ਸਾਰਿਆਂ ਦਾ ਨਹੀਂ ਕਰ ਪਾਉਂਦੇ ਜੀ, ਪਰ ਜਿੰਨਿਆਂ ਕੁ ਅਸੀਂ ਕਰ ਸਕਦੇ ਆ, ਸਾਡਾ ਮਨ ਕਰਦਾ ਕਿ ਅਸੀਂ ਉਹਨਾਂ ਦਾ ਸਨਮਾਨ ਕਰੀਏ ਤੇ ਕਰਦੇ ਆ। ਜਿਹੜਾ ਅਸੀਂ ਉਹਦਾ ਸਨਮਾਨ ਕੀਤਾ, ਮੈਂ ਉਸ ਦਿਨ ਹੀ ਕਹਿ ਦਿੱਤਾ ਸੀਗਾ ਕਿ ਭਾਈ ਉਹਦਾ ਸਿਆਸੀ ਏਜੰਡਾ ਕੁਛ ਵੀ ਹੋ ਸਕਦਾ ਵਾ। ਹੁਣ ਮੈਨੂੰ ਇੱਕ ਲੀਡਰ ਨੇ, ਤੁਸੀਂ ਦੇਖੋ, ਫੋਨ ਤੇ ਕਿਹਾ ਮੈਨੂੰ, ਜਦੋਂ ਸਨਮਾਨ ਕਰਨਾ ਸੀ ਫੋਨ ਤੇ ਗੱਲ ਹੋ ਰਹੀ, ਉਹ ਕਹਿੰਦਾ ਜੀ ਮੈਂ ਇਸ ਦੇ ਹੱਕ 'ਚ ਨਹੀਂ ਆ ਜੀ। ਮੈਨੂੰ ਕਹਿੰਦਾ ਜੀ ਇਹਦੇ ਹੱਕ 'ਚ ਨਹੀਂ, ਤੁਸੀਂ ਉਹਦਾ ਸਨਮਾਨ ਕਰ ਰਹੇ, ਤੁਹਾਨੂੰ ਪਤਾ ਉਹਦਾ ਸਿਆਸੀ ਏਜੰਡਾ, ਉਹ ਝਾੜੂ ਵੱਲੋਂ ਜਾ ਕੇ ਚੋਣ ਲੜ ਸਕਦਾ। ਮੈਨੂੰ ਪਹਿਲਾਂ ਕਿਹਾ ਸੀ ਇਹ ਗੱਲ, ਜਦੋਂ ਅਸੀਂ ਸਨਮਾਨ ਕਰਨਾ ਉਦੋਂ ਕੁਝ ਦਿਨ ਪਹਿਲਾਂ ਦੀ ਗੱਲ ਆ ਜੀ।
ਤੇ ਮੈਂ ਕਿਹਾ ਜੀ ਹਰ ਬੰਦੇ ਦਾ ਸਿਆਸੀ ਏਜੰਡਾ ਹੁੰਦਾ, ਤੁਹਾਡਾ ਵੀ ਤਾਂ ਹੈਗਾ। ਕਹਿੰਦੇ ਤੁਹਾਨੂੰ ਪਤਾ ਉਹ ਆਮ ਪਾਰਟੀ ਤੋਂ ਚੋਣ ਲੜ ਸਕਦਾ ਵਾ। ਤੇ ਮੈਂ ਕਿਹਾ ਜੀ ਤੁਸੀਂ ਪਹਿਲਾਂ ਕਾਂਗਰਸ ਤੋਂ ਲੜੀ, ਮੁੜ ਕੇ ਮੈਂ ਕਿਹਾ ਤੁਸੀਂ ਆਮ ਪਾਰਟੀ ਤੋਂ ਲੜੀ, ਹੁਣ ਤੁਹਾਡੀ ਆਪਣੀ ਪਾਰਟੀ ਹੈ, ਕੱਲ ਨੂੰ ਪਤਾ ਨਹੀਂ ਤੁਹਾਡਾ ਕੀ ਏਜੰਡਾ ਹੋ ਸਕਦਾ। ਉਹੀ ਹੋਇਆ, ਥੋੜੇ ਦਿਨਾਂ ਬਾਅਦ ਉਹ ਕਾਂਗਰਸ ਦਾ ਪੰਜਾ ਚੱਕ ਕੇ ਬੈਠ ਗਿਆ ਜੀ। ਮੈਂ ਕਿਹਾ ਦੂਜਿਆਂ ਨੂੰ, ਕਹਿੰਦਾ ਮੈਂ ਸਿਧਾਂਤ ਲਈ ਲੜਦਾ। ਮੈਂ ਕਿਹਾ ਹਰੇਕ ਬੰਦੇ ਨੂੰ ਆਪਣਾ ਸਿਧਾਂਤ ਦਿਸਦਾ, ਦੂਜੇ ਦਾ ਨਹੀਂ ਦਿਸਦਾ। ਜੀ ਤੁਹਾਨੂੰ ਜਿਹੜਾ ਹੈਗਾ ਇੱਕ ਦੂਜੇ ਦਾ ਸਿਧਾਂਤ ਨਹੀਂ, ਆਪਣਾ ਸਿਧਾਂਤ ਆਪਣੀਆਂ ਕੱਛ ਵਿੱਚ, ਦੂਜੇ ਦੀਆਂ ਹੱਥ ਵਿੱਚ। ਦਾਦੂਵਾਲ ਜੀ ਮੈਂ ਇਹਨਾਂ ਗੱਲਾਂ ਦਾ ਧਾਰਨੀ ਨਹੀਂ ਆ। ਅਸੀਂ ਉਹਦੀਆਂ ਚੰਗੀਆਂ ਗੱਲਾਂ ਜਿਹੜਾ ਉਹਨੇ ਕੀਤਾ, ਉਸ ਸਮੇਂ ਉਹਦਾ ਸਨਮਾਨ ਕੀਤਾ। ਉਦੋਂ ਬਾਅਦ ਚੋਂ ਜਿਹੜੀ ਮਰਜ਼ੀ ਪਾਰਟੀ ਜਾਵੇ, ਜਿੱਦਾਂ ਦਾ ਉਹ ਕਰੂਗਾ ਉਦਾਂ ਲੋਕ ਸਨਮਾਨ ਕਰ ਦੇਣਗੇ। ਜੇ ਲੋਕ ਸਮਝਣਗੇ ਵੀ ਉਹਨੇ ਚੰਗਾ ਕੀਤਾ, ਲੋਕ ਉਹਨੂੰ, ਜੇ ਉਹ ਐਮਐਲਏ ਜਾਂ ਐਮਪੀ ਖੜਾ ਹੁੰਦਾ, ਲੋਕ ਜਿਤਾ ਦੇਣਗੇ। ਜੇ ਉਹ ਸਮਝਣਗੇ ਵੀ ਹਾਂ ਇਹਨੇ ਨਹੀਂ ਚੰਗਾ ਕੀਤਾ, ਤੇ ਨਾ ਕਰਨਗੇ। ਜੀ ਦਾਦੂਵਾਲ ਜੀ, ਮੇਰਾ ਵੀ ਬੜਾ ਚਿੱਤ ਕਰਦਾ। ਮੈਂ ਨਾ, ਮੈਨੂੰ ਬਹੁਤ ਸਾਰੇ ਸੱਜਣ ਕਹਿੰਦੇ ਆ ਕਿ ਭੁਪਿੰਦਰ ਸਿੰਘ ਵਧੀਆ ਪੱਤਰਕਾਰੀ ਕਰਦਾ, ਚੰਗੀ ਪੱਤਰਕਾਰੀ ਕਰਦਾ। ਮੇਰਾ ਵੀ ਚਿੱਤ ਕਰਦਾ ਕਿ ਕਿਸੇ ਦਿਨ ਤੁਸੀਂ ਆ ਕੇ ਮੈਨੂੰ ਵੀ ਸਨਮਾਨਿਤ ਕਰ ਜਾਓ। ਮੇਰੇ ਕੋਲ ਵੀ ਗੋਲਡ ਮੈਡਲ ਪਿਆ। ਸਨਮਾਨ ਕਰਦਾ। ਦੇਖੋ ਮੈਂ ਤੁਹਾਡੇ ਲਈ, ਮੈਂ ਤੁਹਾਨੂੰ ਕਹਿ ਚੁੱਕਾ ਨਾ ਕਿ ਆ ਮੈਡਲ ਦੀ ਉਹ ਕਮੀ ਆ, ਬਾਕੀ ਦਾ ਕੋਈ ਕਮੀ ਨਹੀਂ ਹੈ ਮੇਰੇ ਵੱਲੋਂ। ਤੁਹਾਨੂੰ ਤਾਂ ਦੱਸੋ ਤੁਸੀਂ ਦਾਦੂਵਾਲ ਜੀ, ਤੁਸੀਂ ਜਦੋਂ ਇਸ ਗੱਲ 'ਚ ਆਏ ਸੀਗੇ, ਦੇਖੋ ਮੈਂ ਇੰਗਲੈਂਡ ਬੈਠਿਆ, ਤੁਹਾਡੇ ਲਈ ਹਾਂ ਦਾ ਨਾਰਾ ਮਾਰਿਆ ਕਿ ਨਹੀਂ ਮਾਰਿਆ? ਜੀ ਦਾਦੂਵਾਲ ਜੀ, ਲక్ష్ਮੀ ਕਾਂਤਾ ਚਾਵਲਾ ਦੇ ਪੈਰਾਂ ਤੇ ਹੱਥ ਲਾਉਣ ਵਾਲਾ ਜਿਹੜਾ ਅਰਵਿੰਦ ਕੇਜਰੀਵਾਲ ਆ, ਉਹਦੀ ਪਾਰਟੀ ਵਿੱਚ ਹੁਣ ਕੇਜਰੀਵਾਲ ਤਾਂ ਜਿਹੜਾ ਹੈਗਾ ਉਹ ਤਾਂ ਫਖਰੇ ਕੌਮ ਨਹੀਂ ਆ। ਉਹਨੂੰ ਤਾਂ ਅਕਾਲ ਤਖਤ ਤੋਂ ਫਖਰੇ ਕੌਮ ਜਾਂ ਪੰਥ ਰਤਨ ਨਹੀਂ ਮਿਲਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਦੇਖ ਲਓ, ਪੈਰਾਂ ਦੇ ਹੱਥ ਤੇ ਜਾ ਕੇ ਇਹ ਸਾਧਾਂ ਦੇ ਲਾਈ ਜਾਂਦਾ। ਉਹਨਾਂ ਦੇ ਜਿਹੜੇ ਸਿੱਖੀ ਨਾਲ ਸੰਬੰਧ ਨਹੀਂ ਰੱਖਦੇ, ਜਿਹੜੇ ਸਿੱਖੀ ਦੀਆਂ ਜਿਹੜਾ ਦਾਤੀ ਦਿੰਦੇ ਆ, ਉਹਨਾਂ ਦੇ ਜਾ ਪੈਰੀਂ ਹੱਥ ਤੁਹਾਡੇ ਫਖਰੇ ਕੌਮ ਤੇ ਪੰਥ ਰਤਨ ਨੇ ਲਾਏ ਆ। ਜੀ ਬਿਲਕੁਲ ਏਦਾਂ ਹੀ। ਕੇਜਰੀਵਾਲ ਕੋਈ ਪੰਥ ਰਤਨ ਤੇ ਫਖਰੇ ਕੌਮ ਤਾਂ ਹੈ ਨਹੀਂ ਆ। ਉਹ ਤਾਂ ਇੱਕ ਗੈਰ ਸਿੱਖ ਆ, ਉਹ ਚਾਹੇ ਕਾਂਤਾ ਦੇ ਲਾ ਲੇ ਜਾਂ ਕਿਸੇ ਦੇ ਲਾ ਲੇ, ਹਨਾ। ਜੀ ਚਲੋ ਮੈਂ ਉਹਨੂੰ ਸੁਰਖਰੂ ਨਹੀਂ, ਮੈਂ ਉਹਨੂੰ ਕੋਈ ਸਿੱਖ ਥੋੜੀ ਸਮਝਦਾ ਵੀ ਉਹ ਸਿੱਖ ਆ ਤੇ ਤਾਂ ਕਰਕੇ ਉਹ ਗੈਰ ਸਿੱਖ ਆ। ਉਹ ਭਾਵੇਂ ਜਿਹਦੇ ਮਰਜ਼ੀ, ਹਾਂ ਉਹ ਕਿਹਦੇ ਮਰਜ਼ੀ ਜਾਵੇ, ਪਰ ਸਾਡੇ ਪੰਥ ਤੇ ਪੰਜਾਬ ਲਈ ਮਾੜਾ ਨਾ ਸੋਚੇ, ਮਾੜਾ ਨਾ ਕਰੇ। ਅਸੀਂ ਇਹਨਾਂ ਤੋਂ ਵੀ, ਕੈਪਟਨ ਤੋਂ ਵੀ ਇਹੀ ਆਸ, ਬਾਦਲ ਤੋਂ ਵੀ ਇਹੀ ਆਸ ਵੀ ਭਾਈ ਸਿਆਸਤ ਆਪਣੀ ਕਰੋ, ਜਿੱਦਾਂ ਕਰਨੀ ਹੈ ਕਰੋ, ਪਰ ਪੰਥ ਤੇ ਪੰਜਾਬ ਦਾ ਮਾੜਾ ਨਾ ਕਰੋ। ਪੰਥ ਤੇ ਪੰਜਾਬ ਦਾ ਚੰਗਾ ਸੋਚੋ, ਲੋਕਾਂ ਦਾ ਚੰਗਾ ਸੋਚੋ, ਚੰਗਾ ਕਰੋ। ਨਿੱਜੀ ਜੀਵਨ ਤੁਹਾਡਾ ਕੁਛ ਵੀ ਹੋਵੇ, ਹੁਣ ਫਖਰੇ ਕੌਮ ਤੇ ਪੰਥ ਰਤਨ ਸਾਡੇ ਪ੍ਰਕਾਸ਼ ਸਿੰਘ ਜੀ ਬਾਦਲ 1.5 ਕਿਲੋ ਚਿਕਨ ਰੱਖ ਦਿਓ ਮੂਹਰੇ, ਤੁਹਾਨੂੰ 15 ਮਿੰਟਾਂ 'ਚ ਸਮੇਟ ਦੇਣਗੇ। ਠੀਕ ਹੈ ਨਾ। ਤੇ ਇਹਨਾਂ ਨੂੰ, ਅਸੀਂ ਇਹਨਾਂ ਗੱਲਾਂ ਵਾਲੇ ਪਾਸੇ ਨਹੀਂ ਅਸੀਂ ਜਾਣਾ। ਮੈਂ ਸੋਚਦਾ ਵੀ ਉਹ ਪੰਥ ਤੇ ਪੰਜਾਬ ਦਾ ਚੰਗਾ ਕਰਨ, ਜਿੱਥੇ ਚੰਗਾ ਕੰਮ ਕਰਨ। ਦੇਖੋ ਤੁਸੀਂ ਹੈਰਾਨ ਹੋਵੋਗੇ, ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਸੀਗਾ ਸੰਤ 84 ਦੇ ਸ਼ਹੀਦਾਂ ਦਾ, ਸੰਤ ਭਿੰਡਰਾਂ ਵਾਲਿਆਂ ਦਾ ਗੁਰਦੁਆਰਾ ਸਾਹਿਬ ਬਣਿਆ ਨਾ, ਯਾਦਗਾਰ ਸ਼ਹੀਦਾਂ ਦੀ। ਹਾਂਜੀ ਬਣੇ। ਤੁਸੀਂ ਹੈਰਾਨ ਹੋਗੇ, ਮੈਂ ਐਪਰੀਸ਼ੀਏਟ ਕੀਤਾ ਉਸ ਵੇਲੇ। ਮੈਂ ਕਿਹਾ ਬਹੁਤ ਚੰਗਾ, ਇਹ ਬਾਦਲਾਂ ਤੋਂ ਬਿਨਾਂ ਬਾਣੀ, ਕਿਉਂਕਿ ਬਾਦਲਾਂ ਕੋਈ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਬਿਨਾਂ ਬਣ ਨਹੀਂ ਸਕਦਾ। ਮੈਂ ਸ਼ਲਾਘਾ ਕੀਤੀ, ਮੈਂ ਜਾ ਕੇ ਖੁਦ ਉੱਥੇ ਸੇਵਾ ਵੀ ਕਰਕੇ ਆਇਆ ਤੇ ਸੇਵਾ 'ਚ ਹਿੱਸਾ ਵੀ ਪਾ ਕੇ ਆਇਆ। ਅੱਜ ਵੀ ਮੇਰੇ ਕੋਲੇ ਪਰਚੀ ਸਾਂਭੀ ਪਈ ਹੈ ਜਿਹੜੀ ਮੈਂ ਉੱਥੇ ਸੇਵਾ ਪਾ ਕੇ ਆਇਆ। ਸੋ ਮੈਂ ਦੱਸਣ, ਇਹ ਕੋਈ ਓਪਨ ਨਹੀਂ ਕਰਨਾ ਚਾਹੁੰਦਾ, ਮੈਂ ਵੈਸੇ ਕਹਿ ਰਿਹਾ, ਚੰਗੀ ਗੱਲ ਕੀਤੀ, ਮੈਂ ਐਪਰੀਸ਼ੀਏਟ ਕੀਤਾ। ਹੁਣ ਬਾਦਲ ਦੀ ਧਰਮ ਪਤਨੀ ਨੇ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਦੇ ਲੰਗਰ ਵਿੱਚ ਜਾ ਕੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਲੰਗਰ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਪਰ ਅੱਧੀਆਂ ਕੱਚੀਆਂ ਪੱਕੀਆਂ ਰੋਟੀਆਂ ਜਦੋਂ ਦਿੱਤੀਆਂ ਜਾਂਦੀਆਂ ਸੀ, ਦੁਨੀਆ ਭਰ ਤੋਂ ਸ਼ਰਧਾਲੂ ਆਉਂਦੇ, ਉਹਨੇ ਜਾ ਕੇ ਇੱਕ ਮੀਨੂ ਬਣਾਤਾ ਕਿ ਤੁਸੀਂ ਸਵੇਰੇ ਆਹ ਬਣਾਓ, ਦੁਪਹਿਰੇ ਆਹ ਬਣਾਓ, ਸ਼ਾਮ ਨੂੰ ਆਹ ਬਣਾਓ। ਇਸ ਤਰ੍ਹਾਂ ਹਲਕਿਆਂ ਦੀਆਂ ਡਿਊਟੀਆਂ ਲਾਤੀਆਂ। ਵੱਖਰੀ ਗੱਲ ਹੈ ਕਿ ਜਿਹੜੇ ਪੈਸੇ ਜਾਂ ਇਕੱਠੇ ਹੋਏ ਉਹ ਸਾਂਭ ਗਈ, ਤੇ ਜਿਹੜੇ ਆਪਣਾ ਰਾਸ਼ਨ ਸੀ ਉਹ ਗੁਰੂ ਰਾਮਦਾਸ ਦੇ ਲੰਗਰ 'ਚ ਪਹੁੰਚ ਗਿਆ। ਤੇ ਇੱਕ ਹਲਕੇ ਦਾ ਐਮਐਲਏ ਤੇ ਐਸਜੀਪੀਸੀ ਮੈਂਬਰ ਜਾ ਕੇ ਸੰਗਤਾਂ ਨੂੰ ਲੈ, ਜਿਹਨੇ ਕਦੇ ਨਹੀਂ ਸੇਵਾ ਕੀਤੀ, ਉਹਨੇ ਮੈਂ ਐਪਰੀਸ਼ੀਏਟ ਕੀਤਾ। ਮੈਂ ਕਿਹਾ ਚੰਗੀ ਗੱਲ ਆ, ਲੰਗਰ ਦੀ ਸੇਵਾ, ਕੀਰਤਨ ਦਰਬਾਰ ਸ਼ੁਰੂ ਕਰਾਏ, ਭਾਵੇਂ ਉਹਨਾਂ ਦਾ ਸਿਆਸੀ ਏਜੰਡਾ ਸੀਗਾ, ਪਰ ਮੈਂ ਕਿਹਾ ਚੱਲ ਕੀਰਤਨ ਦਰਬਾਰ ਹੋ ਰਹੇ ਆ, ਕਥਾਕਾਰ ਆ ਰਹੇ ਆ, ਕਥਾਵਾਚਕ ਆ ਰਹੇ ਆ, ਇਹ ਚੰਗਾ ਇੱਕ ਇਲਾਕਿਆਂ 'ਚ ਪ੍ਰਚਾਰ, ਮੈਂ ਐਪਰੀਸ਼ੀਏਟ ਕੀਤਾ। ਅਸੀਂ ਤਾਂ ਉਹਨਾਂ ਨੂੰ ਵੀ ਐਪਰੀਸ਼ੀਏਟ ਕੀਤਾ ਜਿੱਥੇ ਉਹਨਾਂ ਨੇ ਚੰਗੀ ਗੱਲ ਕੀਤੀ, ਜਿੱਥੇ ਮਾੜੀ ਗੱਲ ਆ, ਜੇ ਕੇਜਰੀਵਾਲ ਕਰੂ ਉਹਦਾ ਵਿਰੋਧ ਕਰਾਂਗੇ, ਜੇ ਪ੍ਰਕਾਸ਼ ਸਿੰਘ ਬਾਦਲ ਕਰੂ ਉਹਦਾ ਕਰਾਂਗੇ, ਜੇ ਕੈਪਟਨ ਕਰੂ ਉਹਦਾ ਕਰਾਂਗੇ, ਚੰਗਾ ਕੰਮ ਕੋਈ ਕਰੂ ਉਹਨੂੰ ਐਪਰੀਸ਼ੀਏਟ ਕਰਾਂਗੇ। ਮਤਲਬ
ਇਦਾਂ ਆ ਵੀ ਜੇ ਕੋਈ ਚੰਗਾ ਕਰੂ ਚੰਗਾ ਉਹਨੂੰ ਐਪਰੀਸ਼ੀਏਟ ਕਰਾਂਗੇ, ਜੇ ਮਾੜਾ ਕਰੂਗਾ ਉਹਦੇ ਖਿਲਾਫ ਜਿੰਦਾਬਾਦ ਮੁਰਦਾਬਾਦ ਕਰਨ ਜੋਗੇ ਰਹਿ ਗਏ। ਪਰ ਮੈਨੂੰ ਲੱਗਦਾ ਦਾਦੂਵਾਲ ਜੀ ਜਿਹੜਾ ਵੱਡਾ ਕੰਮ ਸੀਗਾ ਇਸ ਧਰਤੀ ਦੇ ਉੱਪਰ ਤੁਹਾਡੇ ਆਪਣੇ ਜਿਹੜੇ ਮਜ਼ਬੂਤੀ ਨਾਲ ਪੈਰ ਲੱਗਣੇ ਚਾਹੀਦੇ ਸੀਗੇ ਉਹ ਹਾਲੇ ਨਹੀਂ ਲੱਗ ਰਹੇ। ਕੋਸ਼ਿਸ਼ ਵਿੱਚ ਤੁਸੀਂ ਲੱਗੇ ਹੋ, ਤੁਸੀਂ ਜੀ ਕੋਸ਼ਿਸ਼ ਵਿੱਚ ਹਾਲਾਤ ਉਹ ਨਹੀਂ। ਮੈਂ ਤੁਹਾਨੂੰ ਕਹਿ ਰਿਹਾ ਜੀ ਜੀ ਤੁਸੀਂ ਜਾਂ ਜਿਹੜੇ ਵੀਰ ਇਦਾਂ ਕਰ ਰਹੇ ਹੋ ਕਰ ਲੈਣ, ਅਸੀਂ ਉਹਨਾਂ ਦਾ ਸਮਰਥਨ ਸਹਿਯੋਗ ਕਰਾਂਗੇ। ਦਾਦੂਵਾਲ ਜੀ ਅਸੀਂ ਕਰ ਰਹੇ ਹਾਂ ਤਾਂ ਸਾਡਾ ਸਹਿਯੋਗ ਸਾਡਾ ਸਮਰਥਨ ਕਰੋ। ਅਸੀਂ ਹੌਲੀ ਹੌਲੀ ਉਧਰ ਨੂੰ ਵਧ ਰਹੇ, ਸਟੈਪ ਬਾਈ ਸਟੈਪ, ਗੁਰੂ ਕਿਰਪਾ ਕਰੇ ਉਧਰ ਨੂੰ ਵਧੀਏ। ਪਰ ਅੱਜ ਦੇ ਹਾਲਾਤ ਜਿਹੜੇ ਆ ਸਾਨੂੰ ਕਹਿੰਦੇ ਹੁੰਦੇ ਜਿੰਨੀ ਚਾਦਰ ਉਹਨੇ ਪੈਰ ਪਸਾਰਨੇ ਚਾਹੀਦੇ, ਉਦੋਂ ਵੱਧ ਨਹੀਂ, ਫਿਰ ਪੈਰ ਬਾਹਰ ਡਿੱਗਦੇ ਆ। ਸਾਨੂੰ ਜਿੱਦਾਂ ਦੇ ਹਾਲਾਤ ਲੱਗਦੇ ਆ ਅਸੀਂ ਉਸ ਤਰੀਕੇ ਦੇ ਨਾਲ ਜਿਹੜਾ ਵਰਕ ਕਰ ਰਹੇ ਆ, ਲੋਕਾਂ ਨੂੰ ਅਵੇਅਰ ਵੀ ਕਰਦੇ ਆ, ਸੰਗਤਾਂ ਨੂੰ। ਕਿਹੜੀ ਗੱਲ ਆ ਮੈਨੂੰ ਦੱਸ ਜਿੱਥੇ ਅਸੀਂ ਆਵਾਜ਼ ਬੁਲੰਦ ਨਹੀਂ। ਦਾਦੂਵਾਲ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੁਝ ਕਹਿ ਜਾਓ, ਸ਼ਾਇਦ ਤੁਹਾਡੀ ਕਹੀ ਹੋਈ ਗੱਲ ਉਹਦੇ ਤੱਕ ਪਹੁੰਚ ਜਾਵੇ। ਹੁਣ ਕੁਝ ਕਹਿਣਾ ਚਾਹੁੰਦੇ ਹੋ? ਜੀ ਨਹੀਂ ਦੇਖੋ ਜਿਹੜੀ ਗੱਲ ਸੀ ਅਸੀਂ ਤਾਂ ਉਹਨੂੰ ਉਦੋਂ ਬਾਅਦ ਚ ਜਦੋਂ ਪਾਰਟੀ ਚ ਸ਼ਾਮਲ ਹੋਏ ਉਦੋਂ ਬਾਅਦ ਚ ਮੈਨੂੰ ਮਿਲੇ ਨਹੀਂ ਆ ਜੀ। ਜਿੱਦਣ ਮਿਲਣਗੇ ਬੈਠ ਕੇ ਉਹਨਾਂ ਨੂੰ ਕਹਾਂਗੇ। ਜੇ ਅੱਜ ਵੀ ਮੈਂ ਕਹਿਣਾ ਵਾ ਕਿ ਪੰਜਾਬ ਲਈ ਚੰਗਾ ਉਹ ਜੇ ਥੋੜਾ ਸਮਾਂ ਰੁਕ ਜਾਂਦੇ ਤਾਂ ਚੰਗੀ ਗੱਲ ਹੁੰਦੀ ਕਿ ਉਹਨਾਂ ਨੂੰ ਜਿਹੜੇ ਉਹ ਜਾਂਚ ਵਾਲੇ ਪਾਸੇ ਲੱਗੇ ਸੀ ਜੇ ਉਧਰੋਂ ਨਹੀਂ ਸੀ ਕਰਵਾ ਸਕੇ ਤਾਂ ਕੋਰਟ ਰਾਹੀਂ ਕਰਵਾ ਦਿੰਦੇ। ਏਡੀ ਕਾਹਲੀ ਨਹੀਂ ਸੀ ਚਲੋ ਉਹਨਾਂ ਨੂੰ ਕਰਨੀ ਚਾਹੀਦੀ ਜੀ ਪਾਰਟੀ ਚ ਸ਼ਾਮਲ ਹੋਣ ਦੀ, ਹੈ ਨਾ ਜੀ। ਵੀ ਉਹਨਾਂ ਨੂੰ ਚਾਹੇ ਕਿਸੇ ਵੀ ਸਿਆਸੀ ਪਾਰਟੀ ਚੋਂ ਅਜੇ ਰੁਕ ਕੇ ਇਨਸਾਫ ਦਵਾ ਲੈਂਦੇ, ਇਧਰਲੇ ਪਾਸੇ ਲੜਾਈ ਲੜ ਲੈਂਦੇ, ਫਿਰ ਕਿਸੇ ਪਾਰਟੀ ਚਲੇ ਜਾਂਦੇ। ਪਰ ਜੇ ਉਹਨਾਂ ਨੂੰ ਚਲੋ ਚੰਗਾ ਲੱਗਿਆ ਉਹਨਾਂ ਦੀ ਮਰਜ਼ੀ ਆ ਉਹ ਚਲੇ ਗਏ ਆ। ਪਰ ਮੇਰੇ ਖਿਆਲ ਅਨੁਸਾਰ ਉਹਨਾਂ ਨੂੰ ਥੋੜਾ ਚਿਰ ਰੁਕ ਜਾਣਾ ਚਾਹੀਦਾ ਸੀਗਾ। ਜੀ ਜ਼ਰੂਰ। ਦਾਦੂਵਾਲ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸੱਜਣ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।